30 ਜਥੇਬੰਦੀਆਂ ਦੀ ਮੀਟਿੰਗ ਹੋਈ ਹੈ। ਸਾਡਾ ਜਿਹੜਾ ਅਸੀਂ ਪਿਛਲੀ ਮੀਟਿੰਗ 'ਚ ਸਮਰਥਨ ਦੇ ਕੇ ਗਏ ਸੀ ਕਿਸਾਨ ਜਥੇਬੰਦੀਆਂ ਨੂੰ, ਉਹ ਸਾਡਾ ਜਿਹੜਾ ਸਮਰਥਨ ਹੈ, ਕਿਉਂਕਿ ਇਸ ਸੰਘਰਸ਼ ਦਾ ਤੁਹਾਨੂੰ ਮੈਂ ਪਹਿਲਾਂ ਫਾਇਦਾ ਦੱਸ ਦੇਵਾਂ ਜੀ ਕੀ ਹੋਇਆ। ਲਗਾਤਾਰ ਕੇਂਦਰ ਤੋਂ ਕਦੇ ਕੋਈ ਉਹਨਾਂ ਦਾ ਸਿੱਖ ਫੇਸ ਪੰਜਾਬ 'ਚ ਆਉਂਦਾ ਹੈ, ਜਿਵੇਂ ਹਰਦੀਪ ਪੁਰੀ ਜੀ ਆਏ ਹੈ, ਜਾਂ ਕੋਈ ਸਾਨੂੰ ਚਿੱਠੀ ਪੱਤਰ ਜਿੱਦਾਂ ਕੱਲ੍ਹ ਤੋਂ ਮੀਡੀਆ ਚਲਾ ਰਿਹਾ ਕਿ ਦਿੱਲੀ ਤੋਂ ਸਾਨੂੰ ਚਿੱਠੀ ਆ ਗਈ, ਉਹਦਾ ਇਹਨਾਂ ਨੇ ਬਾਈਕਾਟ ਕਰਤਾ, ਕਿਉਂਕਿ ਉਹ ਚਿੱਠੀ ਹਿੰਦੁਸਤਾਨ ਗੌਰਮੈਂਟ ਦੀ ਨਹੀਂ ਹੈਗੀ, ਉਹ ਇੱਕ ਸਪੈਸ਼ਲ ਮਹਿਕਮੇ ਦੀ ਆ। ਜਦੋਂ ਤੱਕ ਸਾਡੇ ਨਾਲ ਗੌਰਮੈਂਟ ਗੱਲ ਨਹੀਂ ਕਰੂਗੀ ਉਦੋਂ ਤੱਕ ਅਸੀਂ ਦਿੱਲੀ ਨਹੀਂ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੇ ਤੁਸੀਂ ਤਾਂ ਬਾਖੂਬੀ ਜਾਣਦੇ ਹੋ ਕਿ 31 ਕਿਸਾਨ ਯੂਨੀਅਨਾਂ ਵਿੱਚੋਂ ਇੱਕ ਕਿਸਾਨ ਯੂਨੀਅਨ ਲਖਵਾਲ ਹੁਣ ਅਲੱਗ ਹੋ ਗਈ ਹੈ ਤੇ ਉਹਨਾਂ ਨੂੰ ਹਰ ਪਾਸਿਓਂ ਸੋਸ਼ਲ ਮੀਡੀਆ ਤੇ ਲਾਹਨਤਾਂ ਵੀ ਪੈ ਰਹੀਆਂ ਨੇ। ਪਰ ਬਾਕੀ 30 ਕਿਸਾਨ ਜਥੇਬੰਦੀਆਂ, ਗਾਇਕਾਂ ਅਤੇ ਸਮਾਜ ਸੇਵੀਆਂ ਵੱਲੋਂ ਜੋ ਪ੍ਰੈਸ ਕਾਨਫਰੰਸ ਚੰਡੀਗੜ੍ਹ ਵਿੱਚ ਕੀਤੀ ਗਈ, ਉਸ ਦੇ ਵਿੱਚ ਕੀ ਕੁਝ ਖਾਸ ਰਿਹਾ ਤੇ ਸਭ ਤੋਂ ਅਹਿਮ ਗੱਲ ਕਿ ਜਿੰਨੇ ਵੀ ਮੋਰਚੇ ਅਲੱਗ-ਅਲੱਗ ਪੰਜਾਬ 'ਚ ਕਿਤੇ ਵੀ ਲੱਗੇ ਹੋਣ, ਉਹਨਾਂ ਦੇ ਵਿੱਚ ਜੋ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਹੈ, ਪਾੜ ਜੋ ਪਾਇਆ ਜਾ ਰਿਹਾ ਹੈ, ਅਜਿਹਾ ਕੁਝ ਵੀ ਨਹੀਂ ਹੈ। ਆਓ ਪਹਿਲਾਂ ਇਸ ਪ੍ਰੈਸ ਕਾਨਫਰੰਸ ਤੇ ਨਜ਼ਰ ਮਾਰਦੇ ਹਾਂ। ਪਲੀਜ਼ ਬੇਨਤੀ ਹੈ ਕਿ ਰੌਲਾ ਬੰਦ ਕਰ ਲਈਏ, ਆਪਾਂ ਥੋੜਾ ਜਿਹਾ ਬਹੁਤ ਸੀਰੀਅਸ ਮਾਮਲਾ। ਅਸੀਂ ਅੱਜ 30 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਕਰਕੇ ਕਈ ਫੈਸਲੇ ਲਏ ਆ ਉਹਦੇ ਵਿੱਚ, ਤੇ ਇਸ ਮੀਟਿੰਗ ਦੇ ਵਿੱਚ ਸਾਡੇ ਘਰਾਂ ਦੇ ਜੰਮੇ ਧੀਆਂ ਪੁੱਤ ਜਿਹੜੇ ਸਿੰਗਰ ਨੇ, ਕਲਾਕਾਰ ਨੇ, ਗੀਤਕਾਰ ਨੇ, ਉਹ ਖਾਸ ਕਰਕੇ ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚੋਂ ਆ, ਮਜ਼ਦੂਰਾਂ ਦੇ ਘਰਾਂ ਦੇ ਵਿੱਚੋਂ ਆ। ਉਹਨਾਂ ਨੇ ਜਿਹੜੇ ਤਿੰਨੇ ਕਾਨੂੰਨ ਪਾਸ ਹੋਏ ਆ, ਉਹਨਾਂ ਨੂੰ ਆਪ ਦਾ ਦਰਦ ਸਮਝਿਆ ਕਿ ਅਸਲ ਦੇ ਵਿੱਚ ਇਹ ਇਕੱਲੇ ਕਿਸਾਨਾਂ ਦਾ ਨਹੀਂ ਹੈ, ਇਹ ਅਸੀਂ ਕਿਸਾਨਾਂ ਦੇ ਧੀਆਂ ਪੁੱਤ ਹੋਣ ਕਰਕੇ ਇਹ ਸਾਡੇ ਤੇ ਵੀ ਹਮਲਾ ਹੈ। ਸਾਡੇ ਦਿਲਾਂ ਦੇ ਵਿੱਚ ਇਹਦਾ ਦਰਦ ਹੈ ਕਿ ਅਗਰ ਇੱਥੇ ਕਿਸਾਨੀ ਖਤਮ ਹੁੰਦੀ ਹੈ, ਇੱਥੋਂ ਦੀ ਖੇਤੀ ਖਤਮ ਹੁੰਦੀ ਹੈ, ਇੱਥੋਂ ਦੀ ਜਵਾਨੀ ਖਤਮ ਹੁੰਦੀ ਹੈ, ਤਾਂ ਫਿਰ ਅਸੀਂ ਇਕੱਲਾ ਖਾੜੇ ਗਾ ਕੇ ਗੀਤ ਵਜਾ ਕੇ ਕੀ ਕਰਾਂਗੇ। ਸੋ ਫੈਸਲਾ ਕਰਕੇ ਸਾਡੇ ਵਿੱਚ ਆਏ ਹੈ। ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ, ਤਹਿ ਦਿਲੋਂ ਧੰਨਵਾਦੀ ਹਾਂ ਉਹਨਾਂ ਦੇ ਕਿ ਜੇ ਚੀਜ਼ ਕਿਸਾਨਾਂ ਦੀ ਉਹਨਾਂ ਦੇ ਹਿਰਦਿਆਂ ਦੇ ਵਿੱਚ ਗਈ ਹੈ, ਤਾਂ ਕਿਉਂਕਿ ਅਸੀਂ ਸਮਝਦੇ ਹਾਂ ਕਿ ਬਹੁਤ ਵੱਡਾ ਰੋਲ ਹੈ ਅੱਜ ਦੇ ਜਿਹੜੇ ਕਲਾਕਾਰ, ਅੱਜ ਦੇ ਗੀਤਕਾਰ ਹੈ, ਉਹਨਾਂ ਦੇ ਨਾਲ ਜਿਹੜੀ ਪੰਜਾਬ ਦੀ ਜਵਾਨੀ ਹੈ, ਜਿਹੜੀ ਪੰਜਾਬ ਦੀ ਜਵਾਨੀ ਨੂੰ ਪੁੱਠੇ ਰਸਤੇ ਪਾਇਆ ਹੋਇਆ, ਇੱਥੋਂ ਦੀਆਂ ਹਾਕਮ ਜਮਾਤਾਂ ਵੱਲੋਂ ਨਸ਼ਿਆਂ ਦੇ ਵਿੱਚ ਪਾਇਆ ਹੋਇਆ, ਹੋਰ ਜਿਹੜੇ ਭੈੜੇ ਕੰਮ ਕਰਨੇ ਆ ਉਹਨਾਂ ਦੇ ਵਿੱਚ ਪਾਇਆ। ਜੇ ਉਹਨਾਂ ਨੂੰ ਸੇਧ ਦਿੱਤੀ ਜਾ ਸਕਦੀ ਹੈ ਤਾਂ ਜਿਹੜਾ ਪੰਜਾਬ ਦਾ ਕਲਚਰ ਹੈ, ਪੰਜਾਬ ਦਾ ਗਾਇਕ ਹੈ, ਉਹ ਇੱਕ ਉਹਨਾਂ ਨੂੰ ਠੀਕ ਸੇਧ ਮੁਹੱਈਆ ਕਰ ਸਕਦਾ, ਤੇ ਉਹ ਸੇਧ ਮੁਹੱਈਆ ਦੇ ਰਾਹੀਂ ਅਸੀਂ ਸਮਝਦੇ ਹਾਂ ਕਿ ਇਹਨਾਂ ਦਾ ਵੱਡਾ ਯੋਗਦਾਨ ਹੈ। ਪਹਿਲਾਂ ਅਸੀਂ ਧਰਨਿਆਂ ਦੇ ਵਿੱਚ ਇਕੱਲੇ ਬਜ਼ੁਰਗ ਸ਼ਾਮਲ ਹੁੰਦੇ ਸੀ, ਜੇ ਅੱਜ ਸਾਡੇ ਧਰਨਿਆਂ ਦੇ ਵਿੱਚ ਵੱਡਾ ਹਿੱਸਾ ਨੌਜਵਾਨਾਂ ਦਾ ਸ਼ਮੂਲੀਅਤ ਕੀਤੀ ਹੈ, ਤਾਂ ਅਸੀਂ ਸਮਝਦੇ ਹਾਂ ਕਿ ਉਹ ਇਹਨਾਂ ਦੇ ਸਾਡੇ ਬੇਟਿਆਂ ਦੀ, ਸਾਡੇ ਭਾਈਆਂ ਦੀ, ਇਹਨਾਂ ਦੀ ਉਹ ਦੇਣ ਹੈ ਕਿ ਅਸੀਂ ਇਹਨਾਂ ਨੂੰ ਅੱਜ ਵਿੱਚ ਸ਼ਾਮਲ ਕੀਤਾ। ਨਾਲ ਅਸੀਂ ਫੈਸਲਾ ਕੀਤਾ ਕਿ ਜਿੰਨੇ ਵੀ ਗੀਤਕਾਰ ਆ, ਜਿੰਨੇ ਕਲਾਕਾਰ ਆ, ਉਹ ਜੋ ਅਸੀਂ ਪ੍ਰੋਗਰਾਮ ਦਿੱਤੇ ਹੋਇਆ ਹੈ, ਉਹ ਰੇਲਵੇ ਟਰੈਕ ਤੇ ਬੈਠੇ ਆ, ਅਸੀਂ ਵੱਡੇ ਜਾਮ ਲੱਗੇ ਆ, ਟੋਲ ਪਲਾਜ਼ਿਆਂ ਤੇ ਬੈਠੇ ਆ, ਰਿਲਾਇੰਸ ਦੇ ਪੰਪਾਂ ਤੇ ਬੈਠੇ ਆ, ਜਿਹੜੇ ਬਹੁਕੌਮੀ ਕੰਪਨੀ ਦੇ ਮਾਲ ਹੈ ਉਹਨਾਂ ਦਾ ਘਿਰਾਓ ਕੀਤਾ ਹੋਇਆ, ਬੀਜੇਪੀ ਦੇ ਘਰਾਂ ਦੇ ਅੱਗੇ ਧਰਨੇ ਲਾਏ ਹੋਇਆ। ਉਹਦੇ ਵਿੱਚ ਅਸੀਂ ਉਮੀਦ ਕਰਾਂਗੇ ਕਿ ਸਾਡੇ ਸਪੋਰਟਰ ਬਣ ਕੇ, ਸਾਡੇ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਉਹ ਸਪੋਰਟ ਕਰਨਗੇ, ਤੇ ਇਹਨੂੰ ਅਗਲੀ ਜਿਹੜੀ ਸਾਡੀ ਐਜੀਟੇਸ਼ਨ ਹੈ ਉਹਨੂੰ ਚਰਮ ਸੀਮਾ ਤੱਕ ਲੈ ਕੇ ਜਾਣ ਦੇ ਵਿੱਚ ਯੋਗਦਾਨ ਪਾਓ। ਜੀ ਜੀ ਬਿਲਕੁਲ, ਸਾਡੀ ਸਹਿਮਤੀ। ਜਿੱਦਾਂ ਪ੍ਰਧਾਨ ਸਾਹਿਬ ਨੇ ਕਿਹਾ ਜੀ, ਪ੍ਰਧਾਨ ਸਾਹਿਬ ਨੇ ਕਿਹਾ ਜੀ 30 ਜਥੇਬੰਦੀਆਂ ਦੀ ਮੀਟਿੰਗ ਹੋਈ ਹੈ। ਸਾਡਾ ਜਿਹੜਾ ਅਸੀਂ ਪਿਛਲੀ ਮੀਟਿੰਗ 'ਚ ਸਮਰਥਨ ਦੇ ਕੇ ਗਏ ਸੀ ਕਿਸਾਨ ਜਥੇਬੰਦੀਆਂ ਨੂੰ, ਉਹ ਸਾਡਾ ਜਿਹੜਾ ਸਮਰਥਨ ਹੈ, ਕਿਉਂਕਿ ਇਸ ਸੰਘਰਸ਼ ਦਾ ਤੁਹਾਨੂੰ ਮੈਂ ਪਹਿਲਾਂ ਫਾਇਦਾ ਦੱਸ ਦੇਵਾਂ ਜੀ ਕੀ ਹੋਇਆ। ਲਗਾਤਾਰ ਕੇਂਦਰ ਤੋਂ ਕਦੇ ਕੋਈ ਉਹਨਾਂ ਦਾ ਸਿੱਖ ਫੇਸ ਪੰਜਾਬ 'ਚ ਆਉਂਦਾ ਹੈ, ਜਿਵੇਂ ਹਰਦੀਪ ਪੁਰੀ ਜੀ ਆਏ ਹੈ, ਜਾਂ ਕੋਈ ਸਾਨੂੰ ਚਿੱਠੀ ਪੱਤਰ ਜਿੱਦਾਂ ਕੱਲ੍ਹ ਤੋਂ ਮੀਡੀਆ ਚਲਾ ਰਿਹਾ ਕਿ ਦਿੱਲੀ ਤੋਂ ਸਾਨੂੰ ਚਿੱਠੀ ਆ ਗਈ, ਉਹਦਾ ਇਹਨਾਂ ਨੇ ਬਾਈਕਾਟ ਕਰਤਾ, ਕਿਉਂਕਿ ਉਹ ਚਿੱਠੀ ਹਿੰਦੁਸਤਾਨ ਗੌਰਮੈਂਟ ਦੀ ਨਹੀਂ ਹੈਗੀ, ਉਹ ਇੱਕ ਸਪੈਸ਼ਲ ਮਹਿਕਮੇ ਦੀ ਆ। ਜਦੋਂ ਤੱਕ ਸਾਡੇ ਨਾਲ ਗੌਰਮੈਂਟ ਗੱਲ ਨਹੀਂ ਕਰੂਗੀ ਉਦੋਂ ਤੱਕ ਅਸੀਂ ਦਿੱਲੀ ਨਹੀਂ ਜਾਵਾਂਗੇ। ਸੋ ਸਾਡਾ ਜਿਹੜਾ ਸਮਰਥਨ ਹੈ ਪ੍ਰੋਪਰ ਤੌਰ ਤੇ ਸਾਰੇ ਭਾਈਚਾਰੇ ਦਾ, ਅਗਲੇ ਜਿੰਨੇ ਵੀ ਪ੍ਰੋਗਰਾਮ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਹੈ ਜੀ। ਅਸੀਂ ਤਾਂ ਜੀ ਦੇਖੋ, ਅੱਜ ਮੁੱਦਾ ਹਰ ਇੱਕ ਬੰਦੇ ਦਾ ਮਤਭੇਦ ਥੋੜੀ ਬਹੁਤੀ ਹੈ, ਉਹ ਵੀ ਪਰ ਗੱਲ ਨੇੜੇ ਲੱਗ ਗਈ ਸਾਡੀ। ਕੋਈ ਇਹ 'ਚ ਐ ਨਹੀਂ ਹੈਗਾ ਵੀ ਆਪਾਂ ਉਹਨੂੰ ਵੱਡਾ ਨਹੀਂ ਬਣਾ ਰਹੇ।
ਜਦੋਂ ਮੰਜ਼ਿਲ ਹਰ ਇੱਕ ਬੰਦੇ ਦੀ ਇੱਕ ਹੈ, ਥੋੜੇ ਮੋਟੇ ਵਿਚਾਰਕ ਮਤਭੇਦ ਹੋ ਸਕਦੇ ਆ, ਉਹ ਵੀ ਅਸੀਂ ਗੱਲ ਨੇੜੇ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਉਣ ਵਾਲੀ ਮੀਟਿੰਗ 'ਚ ਉਹ ਵੀ ਗੱਲ ਨੇੜੇ ਲੱਗ ਜੂਗੀ। ਅਸੀਂ ਇਕੱਠੇ ਸਾਰੇ ਇੱਕ ਮੰਚ ਤੇ ਤੁਹਾਨੂੰ ਮਿਲਾਂਗੇ। ਉਹ ਅਸੀਂ ਸਾਡੀ ਪੂਰਨ ਕੋਸ਼ਿਸ਼ ਹੈ ਜੀ, ਸਾਡੀ ਪੂਰਨ ਤੌਰ ਤੇ ਕੋਸ਼ਿਸ਼ ਹੈ ਜੀ, ਸਾਡੀ ਸਾਰੀ ਕੋਸ਼ਿਸ਼ ਹੈ ਜੀ ਵੀ ਅਸੀਂ ਜਿਹੜਾ ਵੀ ਬੰਦਾ ਇਹਨਾਂ ਸੰਘਰਸ਼ਾਂ 'ਚ ਨਿਕਲਿਆ ਹੋਇਆ ਆਪਦੇ ਘਰੋਂ ਵੀ ਉਹ ਸਾਡੇ ਨਾਲ ਮੰਚ ਤੇ ਜੁੜੇ। ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਜੀ ਕਨੂਪ੍ਰਿਆ ਜੀ ਪੰਜਾਬ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੇ, ਇੱਕ ਸਾਡੇ ਨਾਲ ਨਵਾਂ ਸੰਗਠਨ ਜੁੜਿਆ। ਉਵੇਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਣਤੀ 'ਚ ਲੈ ਕੇ ਆਈਏ, ਆਪਣੇ ਨਾਲ ਜੋੜੀਏ, ਕਿਉਂਕਿ ਸਾਡਾ ਕੰਮ ਨੌਜਵਾਨੀ ਦਾ। ਬਾਕੀ ਕੰਮ ਸਾਡੇ ਬਜ਼ੁਰਗਾਂ ਨੇ, ਬਜ਼ੁਰਗਾਂ ਨੂੰ ਪਿੰਡ ਵਾਲਿਆਂ ਨੂੰ ਜੋੜਿਆ ਹੋਇਆ। ਆਪਣੇ ਪੱਧਰ ਤੇ ਵਪਾਰੀ ਵਰਗ, ਚਾਹੇ ਉਹ ਮਜ਼ਦੂਰ ਭਰਾ ਨੇ, ਨੌਜਵਾਨ ਭਰਾਵਾਂ ਨੂੰ ਜੋੜਨ ਦਾ ਕੰਮ ਸਾਡਾ ਪਰਿਵਾਰ ਕਰ ਰਿਹਾ, ਜਿਹੜਾ ਇੰਡਸਟਰੀ ਹੈ। ਸੋ ਸਾਡੇ ਵੀਰ ਨਾਲ ਕੋਈ ਮਤਭੇਦ ਨਹੀਂ, ਉਹ ਵੀ ਆਉਣ ਵਾਲੇ ਦਿਨਾਂ 'ਚ ਸਾਡੇ ਨਾਲ ਇੱਕ ਸੰਘਰਸ਼ 'ਚ ਅਸੀਂ ਇਕੱਠੇ ਹੋਵਾਂਗੇ। ਲੋਕਾਂ ਨੂੰ ਲੱਗ ਰਹੀ ਹੈ ਕਿ ਹੋ ਸਕਦਾ ਕਿ ਪੰਜਾਬ ਨੂੰ ਬਦਲ ਵੀ ਰਾਜਨੀਤੀ ਮਿਲ ਜਾਵੇ, ਕੀ ਅਜਿਹੀ ਰੂਪਰੇਖਾ ਤੇ ਜਾ ਸਕਦੇ ਆ ਕਲਾਕਾਰ ਦੇ? ਨਹੀਂ, ਪਹਿਲਾਂ ਸਾਡਾ ਮੁੱਦਾ ਕਿਸਾਨੀ ਦਾ ਜੀ। ਰਾਜਨੀਤੀ ਸਾਡੂ ਨਾ ਅਸੀਂ ਕਰਨੀ ਹੈ ਜੀ, ਨਾ ਕੋਈ ਕਰਦਾ। ਸਾਡਾ ਟਾਰਗੇਟ, ਅਸੀਂ ਘਰੋਂ ਨਿਕਲੇ ਆ, ਜੇ ਸਾਰੇ ਭਰਾ ਘਰੋਂ ਨਿਕਲੇ ਨੇ ਤਾਂ ਬਿੱਲਾਂ ਨੂੰ ਰੱਦ ਕਰਾਉਣ ਵਾਸਤੇ ਨਿਕਲੇ ਨੇ। ਜਦੋਂ ਇਹ ਬਿੱਲ ਰੱਦ ਹੋ ਜਾਣਗੇ, ਪੰਜਾਬ ਦੇ ਇਹਨਾਂ ਦਿਨਾਂ 'ਚ ਬੜੇ ਬੁੱਧੀਜੀਵੀਆਂ ਨੇ, ਚਾਹੇ ਉਹ ਵਕੀਲ ਨੇ, ਚਾਹੇ ਐਕਟਰ ਨੇ, ਚਾਹੇ ਕੋਈ ਵੀ ਭਾਈਚਾਰਾ, ਪੰਜਾਬ ਦੇ ਬੜੇ ਮੁੱਦੇ ਨਿਕਲ ਕੇ ਸਾਡੇ ਸਾਹਮਣੇ ਆਏ ਨੇ, ਜਿਨ੍ਹਾਂ ਤੋਂ ਨੌਜਵਾਨੀ ਅਵੇਅਰ ਹੋਈ ਆ ਵੀ ਪੰਜਾਬ ਦੇ ਇਹ ਵੀ ਮੁੱਦੇ ਹੈਗੇ ਨੇ। ਪਰ ਅਸੀਂ ਉਹਨਾਂ ਨਾਲ ਸਹਿਮਤ ਹਾਂ, ਅਸੀਂ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ ਨੂੰ ਤਿਆਰ ਹਾਂ। ਪਰ ਸਾਡਾ ਪਹਿਲਾ ਮੁੱਦਾ ਕਿਸਾਨੀ ਦਾ, ਜਦੋਂ ਅਸੀਂ ਇਹ ਹੱਲ ਕਰਾ ਲਿਆ, ਉਦੋਂ ਬਾਅਦ ਸਟੈਪ ਟੂ ਸਟੈਪ ਅਸੀਂ ਦੁਬਾਰੇ ਉਹਨਾਂ ਨਾਲ ਜੁੜ ਕੇ ਕੋਸ਼ਿਸ਼ ਕਰਾਂਗੇ। ਅੱਛਾ, ਇੱਕ ਮਿੰਟ ਅੱਛਾ, ਉਹਦੇ 'ਚ ਇੱਕ ਮਿੰਟ ਦੇ ਜੀ। ਉਹਦੇ 'ਚ ਜੀ ਜਿਵੇਂ 7 ਜਿਹੜੇ ਮੈਂਬਰ ਅਸੀਂ ਦੇਣੇ ਆ, ਉਹ ਇਕੱਲੇ ਬਾਰ-ਬਾਰ ਮੈਂ ਕਹਿ ਰਿਹਾ ਵੀ ਜਿਹੜੇ ਸੋਸ਼ਲ ਵਰਕ ਕਰਦੇ ਆ ਉਹ ਵੀ ਹੈ, ਗਰਮ ਦਲੀਏ ਵੀ ਹੈ, ਨਰਮ ਦਲੀਏ ਵੀ ਹੈ। ਜਿਵੇਂ ਕਨੂਪ੍ਰਿਆ ਜੀ ਸਾਡੇ ਨਾਲ ਜੁੜੇ ਆ, ਅਸੀਂ 7 ਮੈਂਬਰ ਅਗਲੀ ਜਿਹੜੀ ਮੀਟਿੰਗ ਹੋਊਗੀ ਉਹਦੇ 'ਚ ਦੇਵਾਂਗੇ, ਕਿਉਂਕਿ 1-2 ਜਥੇਬੰਦੀਆਂ ਸਾਡੇ ਨਾਲ ਨੌਜਵਾਨੀ ਪੱਧਰ ਤੇ ਹੋਰ ਜੁੜਨ ਨੂੰ ਤਿਆਰ ਨੇ। ਅਸੀਂ 7 ਮੈਂਬਰ ਇਕੱਲੇ ਕਲਾਕਾਰਾਂ ਦੇ ਨਹੀਂ ਦੇਵਾਂਗੇ, ਅਸੀਂ ਆਪਦੀ ਕਮੇਟੀ 'ਚੋਂ 7 ਮੈਂਬਰ ਸਾਰੀਆਂ ਜਥੇਬੰਦੀਆਂ ਦੇ ਦੇਵਾਂਗੇ। ਇੱਕ ਲੀਡ ਅਗਲੀ ਮੀਟਿੰਗ 'ਚ ਕਨਫਰਮ ਕਰਦੇ ਹਾਂ। ਮੈਂ ਕਲੀਅਰ ਕਰਦਾ, ਪਿਛਲੀ ਵਾਰੀ ਵੀ ਕਨਸੈਪਟ ਸ਼ਾਇਦ ਗਲਤ ਚਲਾ ਗਿਆ ਕਿ ਅਸੀਂ ਜਦੋਂ 7 ਜਾਂ 5 ਜਾਂ 3 ਦੀ ਗੱਲ ਕਰਦੇ ਆ, ਉਹ ਅਸੀਂ ਕਰਦੇ ਆ ਕਿ ਧਰਨਿਆਂ ਦੇ ਅੰਦਰ, ਸਟਰਗਲ ਦੇ ਅੰਦਰ ਕਿਤੇ ਕੋਈ ਸਮੱਸਿਆ ਆ ਜਾਂਦੀ ਹੈ, ਕੋਆਰਡੀਨੇਸ਼ਨ ਦੀ ਕੋਈ ਸਮੱਸਿਆ ਆ ਗਈ, ਉਹਨੂੰ ਫੈਸਿਲੀਟੇਟ ਕਰਨ ਦੀ। ਕਿਤੇ ਧਰਨੇ ਦੇ ਵਿੱਚ ਕਿਸੇ ਗੀਤਕਾਰ ਗਏ, ਕੋਈ ਗਾਉਣ ਗਏ, ਮਤਲਬ ਗਾਇਕ ਗਏ, ਉੱਥੇ ਉਹਨਾਂ ਨੂੰ ਸਮੱਸਿਆ ਆ ਗਈ। ਸਾਨੂੰ ਲੱਗਦਾ ਕਿ ਇੱਕ ਜਗ੍ਹਾ ਤੇ ਗਾਇਕ ਨੇ 4 ਚਲੇ ਗਏ, 5 ਚਲੇ ਗਏ, ਕਿਤੇ ਕੋਈ ਹਫ਼ਤੇ ਤੋਂ ਗਿਆ ਨਹੀਂ। ਇਸ ਕਿਸਮ ਦੀ ਕੋਆਰਡੀਨੇਸ਼ਨ, ਫੈਸਿਲੀਟੇਸ਼ਨ ਕਰਨ ਵਾਸਤੇ ਅਸਲ 'ਚ ਅਸੀਂ ਇੱਕ ਕਮੇਟੀ ਬਣਾਈ ਸੀ। ਇੱਕ ਮੈਸੇਜ ਇਹਦਾ ਗਲਤ ਚਲੇ ਗਿਆ, ਸ਼ਾਇਦ ਲੱਗਦਾ ਇਹਦਾ ਗਿਆ, ਜਿਹੜਾ ਕੋਈ ਸੋਸ਼ਲ ਮੀਡੀਆ 'ਤੇ ਗਿਆ ਵੀ, ਕਿ ਸ਼ਾਇਦ ਹੁਣ ਕਿਸਾਨ ਸੰਘਰਸ਼ ਨੂੰ ਲੀਡ ਕਰਨ ਵਾਲੀ ਇਹ 14 ਮੈਂਬਰ। ਦੈਟ ਵਾਜ਼ ਨਾਟ ਦਾ ਏਮ ਆਫ ਦੈਟ। ਬਿਲਕੁਲ, ਅੱਜ ਅਸੀਂ ਇਹ ਡਿਸਕਸ ਕਰ ਲਿਆ, ਇਹ ਜਿਹੜੀ 5 ਮੈਂਬਰੀ ਦੇ ਉਸ ਪਰਪਸ ਲਈ ਨੇ। ਸੇਮ ਅੰਮ੍ਰਿਤਸਰ, ਗੁਰਦਾਸਪੁਰ ਦੇ ਵਿੱਚ 3 ਗਾਇਕ ਕਹਿੰਦੇ ਵੀ ਅਸੀਂ ਅੱਜ ਫਰੀ ਜਾਣਾ ਚਾਹੁੰਦੇ ਹਾਂ। ਉੱਧਰ ਕਿਹੜੇ ਏਰੀਏ 'ਚ ਜਾਣ, ਕਿੱਥੇ ਜਾਣ, ਉਹਨਾਂ ਨੂੰ ਨਹੀਂ ਪਤਾ। ਇਹ ਅਸੀਂ ਕਿਸਾਨ ਦੱਸਾਂਗੇ ਉਹਨਾਂ ਨੂੰ। ਗੁਰਦਾਸਪੁਰ ਏਰੀਏ 'ਚ ਕੋਈ ਸਮੱਸਿਆ ਆ ਗਈ, ਸਾਡੇ ਕਿਸੇ ਕਿਸਾਨ ਲੀਡਰ ਨੇ ਗੜਬੜ ਕਰਤੀ, ਉਹ ਕਿਹਨੂੰ ਦੱਸਣਗੇ? ਉਹ 5 ਮੈਂਬਰ ਜਾਂ 7 ਮੈਂਬਰ ਸਾਡੇ। ਦੈਟ ਇਜ਼ ਫॉर ਦੈਟ ਓਨਲੀ, ਨਾਟ ਫॉर ਲੀਡਿੰਗ ਦਾ ਹੋਲ ਫਾਰਮਰ। ਲੱਖੇ ਭਾਈ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਕਿਸਾਨਾਂ ਦੇ ਹਿੱਤਾਂ ਨਾਲੋਂ ਜ਼ਿਆਦਾ ਕੁਝ ਲੋਕ ਐਸੇ ਹੈਗੇ ਨੇ, ਜਥੇਬੰਦੀਆਂ ਜਿਹਨੇ ਆਪਣੇ ਨਿੱਜੀ ਹਿੱਤ ਜ਼ਿਆਦਾ ਦੇਖਣ ਲੱਗੇ? ਤੁਸੀਂ ਮਹਿਸੂਸ ਕਰਦੇ ਹੋ ਕਿ ਐਸਾ ਹੋ ਰਿਹਾ, ਡੀਜੇ ਹੋ ਰਿਹਾ, ਇਹ ਕਰਨਾ ਪਸੰਦ ਨਹੀਂ? ਮੈਨੂੰ ਕੁਝ ਨਹੀਂ। ਦੇਖੋ, ਮੈਨੂੰ ਇਹ ਲੱਗਦਾ ਕਿ ਯਾਰ ਵੀ ਸਾਨੂੰ ਕਿਸੇ ਵੀ ਵੈਸੇ ਕਿਸਾਨ ਜਥੇਬੰਦੀਆਂ ਦਾ ਤਾਂ ਕੋਈ ਰਾਜਨੀਤਿਕ ਮੰਤਵ ਹੈ ਹੀ ਨਹੀਂ, ਠੀਕ ਹੈ। ਜਿਹੜੇ ਵੀ ਕੋਈ ਮੰਨ ਲਓ ਕਲਾਕਾਰ ਭਰਾ ਆ ਰਹੇ ਆ ਜਾਂ ਮੇਰੇ ਵਰਗੇ ਆ ਰਹੇ, ਹੋਰ ਆ ਰਹੇ ਆ, ਮੈਨੂੰ ਨਹੀਂ ਲੱਗਦਾ ਕਿ ਕਿਸੇ ਬੰਦੇ ਨੂੰ ਵੀ ਕੋਈ ਇਹਦੇ ਵਿੱਚੋਂ ਆਪਣਾ ਚਿਹਰਾ ਸਥਾਪਿਤ ਕਰਨਾ ਕੋਈ ਚਾਹੁੰਦਾ ਹੈ ਜੇ ਕਿ ਮੈਂ ਇਸ ਅੰਦੋਲਨ ਨੂੰ ਢਾਲ ਬਣਾ ਕੇ ਚਿਹਰਾ ਸਥਾਪਿਤ ਕਰਾਂ ਤੇ ਕੋਈ ਗਲਤ ਹੋਊਗਾ, ਪੂਰੇ ਅੰਦੋਲਨ ਨੂੰ ਢਾਲ ਲਾਊਗਾ। ਰਾਜਨੀਤੀ ਕਰਨ ਨੂੰ ਹੋਰ ਬਥੇਰੇ ਮੰਚ ਹੁੰਦੇ ਨੇ ਯਾਰ, ਅਕਾਲੀ ਵੀ ਤਾਂ ਕਰ ਹੀ ਰਹੇ ਨੇ ਨਾ, ਉਹ ਵੀ ਤਾਂ ਇੱਥੋਂ ਆ ਅੰਦੋਲਨ 'ਚ ਆਪਣੀਆਂ ਵੋਟਾਂ ਕੱਢਣੀਆਂ ਚਾਹੁੰਦੇ ਨੇ। ਕਾਂਗਰਸ ਵੀ ਇਹੀ ਕੁਛ ਕਰ ਰਹੀ ਹੈ, ਦੂਜੀਆਂ ਪਾਰਟੀਆਂ ਵਾਲੀ ਵੀ ਇਹੀ ਕੁਛ ਕਰ ਰਹੇ ਨੇ। ਪਰ ਮੈਂ ਕਹਿੰਦਾ ਜਿਹੜਾ ਬੰਦਾ ਦਿਲੋਂ ਦਰਦ ਰੱਖਦਾ ਹੈ,
ਪੰਜਾਬ ਲਈ, ਪੰਜਾਬ ਦੀ ਕਿਸਾਨੀ ਲਈ, ਪੰਜਾਬੀਅਤ ਲਈ, ਉਹ ਬੰਦੇ ਨੂੰ ਨਿਰਸਵਾਰਥ ਹੋ ਕੇ ਘੋਲ ਨਾਲ ਜੁੜਨਾ ਚਾਹੀਦਾ। ਇੱਕ ਜਥੇਬੰਦੀ ਬਾਹਰ ਵੀ ਹੋਈ ਹੈ ਵੱਡੇ ਦਾ ਇੱਕ ਜਥੇਬੰਦੀਆਂ ਦਾ ਕੀ ਰਹਿ ਤਾਂ ਇਸ ਵਾਰ ਹੁਣ ਮੈਂ ਥੋੜਾ ਜਿਹਾ ਨਾ ਮੈਨੂੰ ਬੋਲਣਾ ਪਊਗਾ। ਹੁਣ ਮੈਂ ਭਰਾ ਸਾਰੇ ਮੇਰੇ ਬਜ਼ੁਰਗ ਬੈਠੇ ਆ, ਉਹ ਜਥੇਬੰਦੀ ਦੀ ਬਾਹਰ ਹੋਈ ਹੈ। ਬੋਲਣਾ ਬਣਦਾ ਸੀ, ਬੋਲੋ ਚਲੋ ਹੁਣ ਕੋਈ ਇਹ ਸਵਾਲ ਕਰ ਦੇਣਾ ਤੇ ਮੈਂ ਇੱਥੋਂ ਬਸ ਚੁੱਪ ਨਹੀਂ ਰਿਹਾ ਜਾਂਦਾ। ਕਿਸਾਨ ਜਥੇਬੰਦੀ ਦਾ ਮਾਮਲਾ, ਜਿਹੜੀ ਜਥੇਬੰਦੀ ਬਾਹਰ ਹੋਈ ਹੈ, ਸੁਣ ਲਓ ਮੇਰੀ ਗੱਲ, ਜਿਹੜੀ ਜਥੇਬੰਦੀ ਬਾਹਰ 31 ਜੋ 30 ਰਹਿ ਗਈਆਂ, ਉਹ ਹੈ ਅਜਮੇਰ ਸਿੰਘ ਲੱਖੋਵਾਲ ਵਾਲੀ ਜਥੇਬੰਦੀ। ਉਹਨਾਂ ਨੇ ਜਿਹੜਾ ਰਸਤਾ ਅਖਤਿਆਰ ਕੀਤਾ, ਉਹ ਕੀਤਾ ਸੁਪਰੀਮ ਕੋਰਟ 'ਚ ਉਦੋਂ ਜਾਣ ਦਾ ਜਦੋਂ ਸਾਡਾ ਸੰਘਰਸ਼ ਸਿਖਰ ਤੇ ਹੈ। ਉਹਦੇ 'ਚ ਜੋ ਉਹਨਾਂ ਨੇ ਕੀਤਾ, ਇਹਦੇ 'ਚ ਸਾਡੀ ਮਜਬੂਰੀ ਬਣ ਗਈ ਵੀ ਉਹਨਾਂ ਨਾਲ ਰਿਸ਼ਤਾ ਤੋੜਿਆ ਜਾਵੇ। ਇਸ ਕਰਕੇ ਅਸੀਂ 31 ਤੋਂ 30 ਰਹੇ ਹਾਂ। ਇਹ ਕੋਈ ਗੱਲ ਨਹੀਂ, ਐਡੀ ਗੱਲ ਨਹੀਂ ਹੈ ਇਹਦੇ ਨਾਲ ਕੋਈ ਸੰਘਰਸ਼ ਨਾ ਸਾਡਾ ਉਹ ਹੈ। ਉਹ ਹੀ ਆਈਸੋਲੇਟ ਹੋਏ ਨੇ, ਉਹਨਾਂ ਨੂੰ ਹੀ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਸੋਸ਼ਲ ਮੀਡੀਆ ਤੇ ਉਹਨਾਂ ਦਾ ਬੁਰਾ ਹਾਲ ਕਰਤਾ ਲੋਕਾਂ ਨੇ। ਸੋ ਇਸ ਕਰਕੇ ਉਹ ਕਿਉਂ ਗਏ ਨੇ ਇਹ ਉਹ ਜਾਣਦੇ, ਲੇਕਿਨ ਉਹਨਾਂ ਨੇ ਕੰਮ ਗਲਤ ਕੀਤਾ ਹੈ। ਕੋਈ ਸਿਆਸੀ ਦਖਲਅੰਦਾਜ਼ੀ ਮੰਨ ਸਕਦੇ ਆ ਜੇ ਲੱਖੋਵਾਲ ਜੀ ਵੱਖਰੇ ਹੋਏ ਨੇ ਤਾਂ? ਦੇਖੋ, ਸਿਆਸੀ ਦਖਲਅੰਦਾਜ਼ੀ ਕਹੋ, ਉਹਨਾਂ ਦੀ ਘੱਟ ਸਮਝੀ ਕਹੋ, ਜਾਂ ਇਨਮੈਚੁਰਿਟੀ ਕਹੋ। ਲੱਖੋਵਾਲ ਸਾਹਿਬ ਬੀਜੇਪੀ ਦੇ ਵੇਲੇ ਰਹੇ ਨੇ ਚੇਅਰਮੈਨ ਮਾਰਕੀਟ ਬੋਰਡ, ਮੰਡੀ ਬੋਰਡ ਦੇ। 1 ਦੂਸਰਾ ਇਹ ਹੈ ਕਿ ਇੱਕ ਗੱਲ ਸ਼ੰਕਾ ਜ਼ਾਹਰ ਕਰਦੀ ਹੈ ਕਿ ਅੱਜ ਅਖਬਾਰਾਂ 'ਚ ਬਿਆਨ ਛਪਿਆ ਕਿ ਰਕੇਸ਼ ਟਕੈਤ ਜਿਹੜੇ ਉਹਨਾਂ ਦੇ ਆਲ ਇੰਡੀਆ ਪ੍ਰੈਜ਼ੀਡੈਂਟ ਨੇ, ਉਹ ਕੱਲ ਸੁਰਜੀਤ ਕੁਮਾਰ ਜਿਆਣੀ ਨੂੰ ਮਿਲੇ ਨੇ, ਜਾਂ ਸੁਰਜੀਤ ਕੁਮਾਰ ਜਿਆਣੀ ਉਹਨਾਂ ਨੂੰ ਮਿਲਿਆ। ਇਹਦਾ ਮਤਲਬ ਬੀਜੇਪੀ ਅਗਰ ਉਹਨਾਂ ਦੇ ਪ੍ਰਧਾਨ ਪੰਜਾਬ 'ਚ ਆ ਕੇ ਬੀਜੇਪੀ ਨੂੰ ਮਿਲਦਾ ਹੈ ਤਾਂ ਸਾਡੇ ਲਈ ਇਹ ਡਾਊਟ ਕਰੇਗੀ। ਮੇਰਾ ਕਲਾਕਾਰਾਂ ਨੂੰ ਸਵਾਲ ਹੈ ਬਾਈ ਜੀ ਕਿ ਜਦੋਂ ਬਤੌਰ ਕਲਾਕਾਰ ਨਵਜੋਤ ਸਿੱਧੂ ਇੱਕ ਸ਼ੋਅ ਦੇ ਵਿੱਚ ਕੰਮ ਕਰਦੇ ਕਿਸੇ ਪਾਰਟੀ ਜਾਂਦਾ ਤਾਂ ਉਹਨੂੰ ਲਾਂਭੇ ਕੀਤਾ ਜਾਂਦਾ। ਜਦੋਂ ਕਪਲ ਸ਼ਰਮਾ ਇੱਕ ਟਵੀਟ ਕਰ ਦਿੰਦਾ, ਉਹਦੇ ਤੋਂ ਕਾਰਵਾਈ ਹੁੰਦੀ ਹੈ। ਕੱਲ੍ਹ ਨੂੰ ਕਿਸਾਨ ਜਥੇਬੰਦੀਆਂ ਨੇ ਤੈਅ ਕੀਤਾ ਕਿ ਅਸੀਂ ਬੀਜੇਪੀ ਦੇ ਐਮਪੀਆਂ ਦੇ ਘਰ ਘੇਰਾਂਗੇ, ਲੀਡਰਾਂ ਦੇ ਘਰ ਘੇਰਾਂਗੇ। ਕੱਲ੍ਹ ਨੂੰ ਤੁਹਾਨੂੰ ਉਹਨਾਂ ਦੇ ਘਰਾਂ ਦੇ ਧਰਨੇ ਲਾਉਣੇ ਪੈਣੇ ਆ। ਕੋਈ ਇਹ ਡਰ ਕੋਈ ਮਨ 'ਚ ਹੋਵੇ ਕਿ ਕੱਲ੍ਹ ਨੂੰ ਸਾਡੇ ਤੇ ਕੋਈ ਇਹੋ ਜਿਹਾ ਐਕਸ਼ਨ ਹੋ ਸਕਦਾ ਕੱਲ੍ਹ ਬੀਜੇਪੀ ਦੇ ਘਰਾਂ ਦੇ ਧਰਨੇ ਲਾਉਣ ਲਈ? ਡੈਫੀਨਿਟਲੀ ਜੀ। ਅਸੀਂ ਪਹਿਲਾਂ ਇਹੀ ਬਾਹਰ ਬੈਠ ਕੇ ਗੱਲ ਕਰਦੇ ਸੀ। ਅਸੀਂ ਕਿਸਾਨ ਜਥੇਬੰਦੀਆਂ ਨੂੰ ਇੱਕ ਬੇਨਤੀ ਵੀ ਕਰਨੀ ਹੈ ਵੀ ਜਿਹੜੇ ਆਰਟਿਸਟ ਤੁਹਾਡੇ ਨਾਲ ਅੱਜ ਖੜੇ ਨੇ, ਉਹ ਇਸ ਕਰਕੇ ਖੜੇ ਨੇ ਕਿਉਂਕਿ ਉਹਨਾਂ ਨੂੰ ਦਰਦ ਦਾ ਦੁੱਖ ਆ। ਠੀਕ ਹੈ ਜੀ, ਹੋ ਸਕਦਾ ਕੱਲ੍ਹ ਨੂੰ ਆਰਟਿਸਟਾਂ ਨੂੰ ਪ੍ਰੋਬਲਮ ਆਉਣਗੀਆਂ। ਸਾਡਾ ਸਵਾਲ ਹੈ ਤੁਸੀਂ ਸਾਡੇ ਨਾਲ ਖੜੋਗੇ ਉਸ ਵੇਲੇ? ਕਿਸਾਨ ਜਥੇਬੰਦੀਆਂ ਦਾ ਸਾਡੇ ਨਾਲ ਖੜਨਾ ਬਣਦਾ ਉਸ ਵੇਲੇ, ਪ੍ਰੈਸ਼ਰਾਈਜ਼ ਕਰਨਗੀਆਂ ਸਾਡੀ ਸਾਨੂੰ, ਹੋ ਸਕਦਾ ਵੀ ਏਜੰਸੀਆਂ ਵੀ ਪ੍ਰੈਸ਼ਰਾਈਜ਼ ਏਜੰਸੀਆਂ ਜਾਂ ਸਰਕਾਰਾਂ ਪ੍ਰੈਸ਼ਰ ਕਰਨਗੀਆਂ, ਸਾਨੂੰ ਦਬਾਉਣ ਦੀ ਟਰਾਈ ਕਰਨਗੀਆਂ, ਜਾਂ ਮਤਲਬ ਕਿਸੇ ਵੀ ਤਰੀਕੇ ਨਾਲ, ਚਾਹੇ ਉਹ ਫਾਈਨੈਂਸ਼ੀਅਲੀ ਚਾਹੇ ਉਹ ਫਿਜ਼ੀਕਲੀ ਟਰਾਈ ਹੋ ਸਕਦੀ ਹੈ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸੋ ਮੈਂ ਰਿਕੁਐਸਟ ਵੀ ਕਰੂੰਗਾ ਸਾਡੀਆਂ ਜਥੇਬੰਦੀਆਂ ਨੂੰ ਵੀ ਉਸ ਵੇਲੇ ਜਿਵੇਂ ਅੱਜ ਆਪਾਂ ਸਾਰੇ ਇਕੱਠੇ ਖੜੇ ਹਾਂ, ਸਾਨੂੰ ਥੋੜੀ ਸਪੋਰਟ ਦੀ ਲੋੜ ਰਹੂਗੀ। ਕਿਉਂਕਿ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ, ਜੇ ਬੰਦਾ ਇਕੱਲਾ ਰਹਿ ਜੂਗਾ ਮਾਰਿਆ ਜਾਊ। ਜੇ ਤੁਸੀਂ ਨਾਲ ਹੋਵੋਗੇ ਤਾਂ ਫਿਰ ਇਹ ਪ੍ਰੋਬਲਮ ਨਹੀਂ ਆਊਗੀ। ਜਿਹੜਾ ਸਵਾਲ ਇਹ ਹੈ ਨਾ, ਇਹਨੂੰ ਦੇਖੋ ਗੰਭੀਰਤਾ ਨਾਲ ਇਸ ਪਾਸੇ ਲੈਣਾ ਚਾਹੀਦਾ ਕਿ ਜਿਹੜਾ ਕਲਾਕਾਰ ਹੈ, ਗੀਤਕਾਰ ਹੈ, ਕੋਈ ਕਲਮ ਦਾ ਲਿਖਾਰੀ ਹੈ, ਉਹ ਕਿਸੇ ਕਿੱਤੇ ਨਾਲ ਵੱਖਰਾ ਹੀ ਜੁੜਿਆ ਹੋਇਆ ਹੁੰਦਾ। ਉਹ ਕਿਸੇ ਪਾਰਟੀ ਨਾਲ ਜੁੜਿਆ ਨਹੀਂ ਹੁੰਦਾ। ਅਗਰ ਕੋਈ ਕਲਾਕਾਰ ਇਹ ਮੰਨ ਕੇ ਚੱਲੂਗਾ ਕਿ ਮੈਂ ਫਲਾਨੀ ਪਾਰਟੀ ਦਾ ਤੇ ਮੈਂ ਉਹ ਕਲਾਕਾਰ ਹਾਂ, ਨਹੀਂ, ਉਹਨੂੰ ਲੋਕ ਪਸੰਦ ਨਹੀਂ ਕਰਨਗੇ। ਇਹ ਸਾਰੀ ਕੋਈ ਵੀ ਖਿਡਾਰੀ ਹੈ, ਕੋਈ ਕਲਾਕਾਰ ਹੈ, ਉਹ ਲੋਕਾਂ ਦਾ ਬਣ ਕੇ ਹੀ ਆਪਣੀ ਕਲਾ ਦਿਖਾਉਂਦਾ ਹੁੰਦਾ, ਤਾਂ ਹੀ ਲੋਕ ਉਹਨੂੰ ਪਸੰਦ ਕਰਦੇ ਹੁੰਦੇ ਆ। ਅਸੀਂ ਸਮਝਦੇ ਹਾਂ ਕਿ ਜਿਹੜੀ ਕਲਮ ਹੈ ਉਹ ਜੇ ਤਲਵਾਰ ਨਾਲੋਂ ਤਿੱਖੀ ਹੈ, ਤਾਂ ਜਿਹੜੇ ਸਾਡੇ ਗੀਤਕਾਰਾਂ ਦੇ ਬੋਲ ਹੈ, ਕਲਾਕਾਰਾਂ ਦੀ ਕਲਾ ਹੈ, ਇਹ ਕਦੇ ਵੱਡਾ ਹਮਲਾ ਕਰ ਸਕਦੀ ਹੈ ਆਪਣੀ ਜ਼ੁਬਾਨ ਦੇ ਵਿੱਚੋਂ ਉਹਨਾਂ ਲੋਕਾਂ ਦੇ ਪੱਖ ਦੇ ਵਿੱਚ ਖੜਨ ਦਾ। ਮੈਨੂੰ ਲੱਗਦਾ ਜੇ ਇਹੀ ਪ੍ਰੋਬਲਮ ਕੋਈ ਨਹੀਂ ਆਊਗੀ। ਅਗਰ ਜੇ ਕੋਈ ਆਊਗੀ, ਅਸੀਂ ਬੈਠ ਕੇ ਵਿਚਾਰਾਂਗੇ। ਅਗਲੀ ਮੀਟਿੰਗ ਹੋ ਰਹੀ ਹੈ 15 ਤਰੀਕ ਦੀ, ਉਸ ਤੋਂ ਬਾਅਦ ਵੀ ਮੀਟਿੰਗਾਂ ਕਰਾਂਗੇ। ਸਾਨੂੰ ਲੱਗਦਾ ਕਿਹੋ ਜਿਹੀ ਪ੍ਰੋਬਲਮ ਆਈ, ਅਸੀਂ ਬੈਠ ਕੇ ਹੱਲ ਕਰਾਂਗੇ। ਐਡੀ ਕੋਈ ਪ੍ਰੋਬਲਮ ਨਹੀਂ ਆਉਣੀ। ਸਰ, ਇੱਕ ਸਵਾਲ ਹੈ ਜੀ ਕਿ ਅਕਸਰ 2017 ਦੇ ਇਲੈਕਸ਼ਨ 'ਚ ਦੇਖਿਆ ਗਿਆ ਹੈ ਕਿ ਕਲਾਕਾਰਾਂ ਨੂੰ, ਮੈਂ ਕਹਿੰਦਾ ਇੱਕ ਰਾਜਨੀਤਿਕ ਵੰਗਾਰ ਹੀ ਹੁੰਦੀ ਹੈ ਕਿ ਜਿਹੜੀ ਉਹ ਭੁਗਤਦੇ ਨੇ ਇਲੈਕਸ਼ਨ 'ਚ ਜਾ ਕੇ। 2022 ਦੇ ਇਲੈਕਸ਼ਨ ਆਉਣ ਵਾਲੇ ਨੇ, ਰਾਜਨੀਤਿਕ ਪਾਰਟੀਆਂ ਦੁਬਾਰਾ ਕਹਿਣਗੀਆਂ ਕਿ ਮੇਰੇ ਲਈ ਆ ਕੇ ਪ੍ਰਚਾਰ ਕਰ। ਕੀ ਕਲਾਕਾਰ 2022 ਦੇ ਇਲੈਕਸ਼ਨ 'ਚ ਪਹੁੰਚਣਗੇ ਕਿ ਨਹੀਂ, ਪਹਿਲਾ ਸਵਾਲ। ਦੂਸਰੀ ਗੱਲ ਇਹ ਹੈ ਕਿ ਅੱਜ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਜੇ ਇੱਕ ਹਫ਼ਤੇ ਦੇ ਅੰਦਰ ਅੰਦਰ ਵਿਧਾਨ ਸਭਾ ਦਾ ਸੈਸ਼ਨ ਨਹੀਂ ਬੁਲਾਇਆ ਜਾਂਦਾ ਤਾਂ ਅਸੀਂ ਕਾਂਗਰਸ ਦੇ ਘਰ ਘੇਰਾਂਗੇ।
ਤਾਂ ਬੀਜੇਪੀ ਦੇ ਘਰਾਂ ਦੇ ਅੱਗੇ ਕਲਾਕਾਰਾਂ ਨੂੰ ਅਸੀਂ ਦੇਖ ਚੁੱਕੇ ਹਾਂ, ਤਾਂ ਕੀ ਕਲਾਕਾਰ ਕੱਲ ਨੂੰ ਜੇ ਮੁੱਖ ਮੰਤਰੀ ਦੀ ਕੋਠੀ ਘੇਰਨੀ ਪੈਂਦੀ ਹੈ ਜਾਂ ਕਾਂਗਰਸੀ ਲੀਡਰਾਂ ਦੇ ਘਰ ਘੇਰਨੇ ਪੈਂਦੇ ਤਾਂ ਉਹਦੇ ਲਈ ਤਿਆਰ ਨੇ? ਜੀ ਬਿਲਕੁਲ, ਜਿੱਦਾਂ ਅਸੀਂ ਜਦੋਂ ਹੁਣ ਇੱਕ ਹੀ ਕਰ ਲਿਆ ਜੀ, ਜਥੇਬੰਦੀਆਂ ਨੂੰ ਪੂਰੇ ਤੌਰ ਤੇ ਸਮਰਥਨ ਦਿੱਤਾ, ਜਿਹੜੀ ਇਹਨਾਂ ਦੀ ਕਾਲ ਹੋਊਗੀ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਬਿਲਕੁਲ ਚੱਲਾਂਗੇ ਜਿੱਥੇ ਤੱਕ ਵੀ ਜਾਣਾ ਪਿਆ। ਕਿਉਂਕਿ ਜੇ ਅੱਜ ਘਰੋਂ ਨਿਕਲੇ ਆ ਤਾਂ ਇਹ ਕਹਿ ਕੇ ਨਿਕਲੇ ਆ ਵੀ ਹੁਣ ਇਹ ਲੜਾਈ ਸਾਡੀ ਹੋਂਦ ਦੀ ਹੈ, ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਹੈ, ਸਾਡੇ ਪੰਜਾਬ ਦੀ ਹੈ, ਤਾਂ ਪੰਜਾਬ ਲਈ ਕੁਝ ਵੀ ਕਰਨ ਤੱਕ ਜਿੱਥੇ ਤੱਕ ਜਾਇਆ ਗਿਆ ਉੱਥੇ ਤੱਕ ਜਾਵਾਂਗੇ। ਦੂਸਰਾ ਸਵਾਲ ਜੋ 2022 ਦੇ ਇਲੈਕਸ਼ਨ ਨੂੰ ਲੈ ਕੇ ਸੀ ਕਿ ਕਿਤੇ ਨਾ ਕਿਤੇ ਅੱਜ ਅਸੀਂ ਸਾਰੀ ਰਾਜਨੀਤਿਕ ਪਾਰਟੀਆਂ ਨੂੰ ਕਹਿ ਰਹੇ ਹਾਂ ਉਹਦੇ 'ਚ- ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ, ਤਾਂ ਆਉਣ ਵਾਲੇ ਇਲੈਕਸ਼ਨ ਦੇ ਟਾਈਮ 'ਚ ਕੋਈ ਕਲਾਕਾਰ ਰਾਜਨੀਤਿਕ ਪਾਰਟੀਆਂ ਨਾਲ ਖੜਾ ਤਾਂ ਨਹੀਂ ਨਜ਼ਰ ਆਇਆ? ਉਹਦੇ 'ਚ ਦੇਖੋ, ਮੈਂ ਉੱਥੇ ਆਪ ਦਾ ਪੱਖ ਕਲੀਅਰ ਕਰ ਦਵਾਂ ਕਿ ਮੈਂ ਕਦੇ ਵੀ ਕਿਸੇ ਇਦਾਂ ਦੀ ਮੈਂ ਕਲਾਕਾਰਾਂ ਦਾ ਪੱਖ ਜਾਣਨਾ ਚਾਹੁੰਦਾ, ਮੈਂ ਜਸਰਾਜ ਬਾਬੂ। ਦੇਖੋ ਉੱਥੇ ਬਾਈ ਜੀ ਅੱਜ ਜਿੰਨੇ ਭਰਾ ਬੈਠੇ ਨੇ ਮੈਨੂੰ ਨਹੀਂ ਲੱਗਦਾ ਵੀ ਕੋਈ ਜਾਂਦੇ ਨੇ, ਉਹ ਬਾਕੀ ਸਾਰਿਆਂ ਵੱਲੋਂ ਨਹੀਂ ਮੈਂ ਕੁਝ ਕਹਿ ਸਕਦਾ ਵੀ ਕੋਈ ਜਾਣਗੇ। ਕੱਲ ਨੂੰ ਕੋਈ ਚਲੇ ਜਾਵੇ ਤਾਂ ਤੁਸੀਂ ਮੈਨੂੰ ਸਵਾਲ ਕਰੋ, ਮੈਂ ਆਪ ਦੀ ਗੱਲ ਕਲੀਅਰ ਕਰ ਸਕਦਾ ਵੀ ਮੈਂ ਨਹੀਂ ਜਾਊਂਗਾ। ਦੇਖੋ ਜੀ, ਇੱਕ ਮਿੰਟ ਮਾੜਾ ਜਿਹਾ ਇੱਕ ਮਿੰਟ ਲੈਣਾ ਮੈਂ। ਦੀਪ ਸਿੱਧੂ ਵਾਲਾ ਸਵਾਲ ਆਇਆ ਇੱਥੇ, ਤੁਸੀਂ ਕੀਤਾ ਪ੍ਰੈਸ ਵਾਲਿਆਂ ਨੇ। ਅਸੀਂ ਬਹੁਤ ਗੰਭੀਰਤਾ ਨਾਲ ਜਿਹੜੀ ਪਹਿਲਾਂ ਮੀਟਿੰਗ ਹੋਈ ਆ ਸਾਡੇ, ਉਹਦੇ ਵਿੱਚ ਅਸੀਂ ਇਹ ਵਿਚਾਰਿਆ ਜੋ ਦੀਪ ਸਿੱਧੂ ਨੇ ਵੱਖਰੇ ਤੌਰ ਤੇ ਇੱਥੇ ਸ਼ੰਭੂ ਜਿਹੜਾ ਆਪਣਾ ਲਾਇਆ ਧਰਨਾ ਲਾਇਆ, ਇਕੱਲਾ ਧਰਨਾ ਨਹੀਂ ਲਾਇਆ, ਉਹਨੇ ਕਿਸਾਨ ਲੀਡਰਸ਼ਿਪ ਤੇ ਬਹੁਤ ਗੈਰ ਗੰਭੀਰ ਸਵਾਲ ਕੀਤੇ ਆ ਵੀ ਤੁਸੀਂ ਗੁਪਤ ਮੀਟਿੰਗਾਂ ਕਰਦੇ ਹੋ, ਤੁਸੀਂ ਸਮਝੌਤਾ ਅੰਦਰ ਖਾਤੇ ਸਮਝੌਤੇ ਕਰਦੇ ਹੋ, ਤੁਸੀਂ ਇਕੱਲੇ MSP ਤੇ ਹੀ ਖੜੇ ਹੋ। ਇਹਨਾਂ ਗੱਲਾਂ ਨੂੰ ਅਸੀਂ ਸਮਝਦੇ ਹਾਂ ਵੀ ਉਹ ਸਾਨੂੰ ਕਮਾਂਡ ਕਰਨਾ ਚਾਹੁੰਦਾ ਹੈ। ਇਹ ਗੱਲਾਂ ਦੀ ਨਿਖੇਧੀ ਕੀਤੀ ਹੈ ਸਾਰੀ ਮੀਟਿੰਗ ਨੇ ਸਾਡੀ ਨੇ, ਤੇ ਕਿਹਾ ਵੀ ਅਸਲ ਵਿੱਚ ਵੀ ਉਹਦਾ ਜਿਹੜਾ ਪਹਿਲਾਂ ਉਹਨੇ ਕਮਿਟਮੈਂਟ ਕੀਤੀ ਸੀ ਪਹਿਲੀ ਮੀਟਿੰਗ ਵੇਲੇ, ਉਹ ਆਪਦੀ ਕਮਿਟਮੈਂਟ ਤੇ ਨਹੀਂ ਰਿਹਾ। ਅਸੀਂ ਉਹਦੀ ਨਿਖੇਧੀ ਕੀਤੀ, ਮਤਾ ਪਾਇਆ। ਪਰ ਜਿਹੜੇ ਦੂਸਰੇ ਆਹ ਸਾਰੇ ਗੀਤਕਾਰ ਬੈਠੇ ਨੇ, ਉਹਨਾਂ ਦਾ ਗੀਤਕਾਰਾਂ ਦਾ ਭਾਈਚਾਰਾ ਬੈਠਾ, ਮੇਨ ਆਗੂ ਬੈਠੇ ਨੇ, ਇਹਨਾਂ ਦੀ ਅਸੀਂ ਪ੍ਰਸ਼ੰਸਾ ਕੀਤੀ ਹੈ ਮੀਟਿੰਗ ਦੇ ਵਿੱਚ ਵੀ ਇਹਨਾਂ ਨੇ ਉਹ ਦੀਪ ਸਿੱਧੂ ਦੇ ਮਗਰ ਨਹੀਂ ਗਏ, ਇਹ ਉਹਨਾਂ ਨਾਲੋਂ ਉਹਦੇ ਧਰਨੇ 'ਚ ਨਹੀਂ ਗਏ, ਉਹਦੇ ਨਾਲ ਤੋੜ ਨਖੇੜਾ ਕੀਤਾ। ਸੋ ਜੋ ਇਹਨਾਂ ਨੇ ਸਾਡਾ ਪਰਨ ਨਿਭਾਇਆ, ਤਾਂ ਕੱਲ ਨੂੰ ਜੇ ਇਹਨਾਂ ਤੇ ਜਦੋਂ ਇਹ ਸਾਡੇ ਵਰਗੇ ਤਿੱਖੇ ਐਕਸ਼ਨਾਂ ਦੇ ਵਿੱਚ ਸਰਕਾਰ ਦੇ ਨਾਲ ਆਉਣਗੇ, ਤਾਂ ਪੁਲਿਸ ਵੀ, ਪ੍ਰਸ਼ਾਸਨ ਵੀ, ਸਰਕਾਰ ਵੀ ਇਹਨਾਂ ਤੇ ਬਦਲੇ ਦੀ ਭਾਵਨਾ ਨਾਲ ਹੀ ਕੋਈ ਕਾਰਵਾਈ ਕਰ ਸਕਦੀ। ਤੇ ਅਸੀਂ ਖੜਾਂਗੇ ਜੇ ਇਹਨਾਂ ਦੇ ਬਦਲੇ ਦੀ ਭਾਵਨਾ ਨਾਲ ਕੋਈ ਕਾਰਵਾਈ ਹੋਊਗੀ, ਉਹ ਸਾਡੇ ਖਿਲਾਫ ਹੋਊਗੀ। ਕਿਸਾਨ ਜਥੇਬੰਦੀਆਂ ਉਹਦੀਆਂ ਡਟ ਕੇ ਖੜੀਆਂ। ਬਹੁਤ ਅੱਛੇ। ਕੋਈ ਆਪਣੀ ਨਿੱਜੀ ਰਾਜਨੀਤੀ ਚਮਕਾਉਂਦਾ ਜਾਂ ਫਿਰ ਇਸ ਧਰਤੀ ਨੂੰ ਡੀਰੀਅਲ ਕਰਨ ਦੀ ਕੋਸ਼ਿਸ਼ ਕਰਦਾ, ਤਾਂ ਬਜ਼ੁਰਗਾਂ ਦੇ ਨੱਕ ਹੋਣ ਦੇ ਨਾਤੇ ਜਾਂ ਬਹੁਤ ਵਾਰ ਕਰਦੇ ਹੋਣ ਦੇ ਨਾਤੇ ਖੁੰਡਾ ਖੜਕਾਉਣ ਲਈ ਤਿਆਰ ਹੈ ਕਿ ਕੋਈ ਐਸਾ ਬੰਦਾ ਜਿਹੜਾ ਡੀਰੀਅਲ ਕਰੂਗਾ ਉੱਤੇ ਕਰਦਾ। ਦੇਖੋ, ਹਰ ਕਿਸੇ ਦਾ ਡੈਮੋਕ੍ਰੈਟਿਕ ਹੱਕ ਹੈ, ਉਹ ਇਸ ਐਜੀਟੇਸ਼ਨ ਦੇ ਵਿੱਚ ਆ ਕੇ ਉਹਦੀ ਸਪੋਰਟ ਕਰਦਾ, ਵਿੱਚ ਆ ਕੇ ਸ਼ਾਮਲ ਹੁੰਦਾ ਹੈ, ਜੇ ਵੱਖਰਾ ਕਰਦਾ। ਦੇਖੋ, ਇਹ ਬੜਾ ਵੱਡਾ ਸਵਾਲ ਨਹੀਂ ਹੈ। ਜੇ ਦੀਪ ਸਿੱਧੂ ਨੇ ਵੱਖਰੇ ਤੌਰ ਤੇ ਲਾ ਲਿਆ ਤਾਂ ਕੋਈ ਐਡੀ ਗੱਲ ਨਹੀਂ ਹੈ, ਕਿਉਂਕਿ ਐਜੀਟੇਸ਼ਨ ਦੀ ਤਾਂ ਸਪੋਰਟ ਹੈ ਨਾ। ਅਗਰ ਇਹ ਵਿਰੋਧ ਨਹੀਂ ਹੈ ਉਸ ਕਿਸਮ ਦਾ, ਡੈਮੋਕ੍ਰੇਸੀ ਹੈ ਇਹ। ਅਗਲਾ ਸਵਾਲ ਜਿਹੜਾ ਤੁਸੀਂ ਇਲੈਕਸ਼ਨ ਵਾਲਾ 2022 ਵਾਲਾ ਕਰ ਰਹੇ ਹੋ, ਮੇਰਾ ਖਿਆਲ ਜਿੰਨੇ ਕਲਾਕਾਰ ਸਾਡੇ ਬੇਟੇ ਆ, ਸਾਡੇ ਧੀਆਂ ਪੁੱਤ ਆਏ ਆ, ਉਹ ਸਾਡੀ ਐਜੀਟੇਸ਼ਨ ਦੀ ਸਪੋਰਟ ਤੇ ਆਇਆ, ਨਾ ਕਿ ਕਿਸੇ ਪਾਰਟੀ ਦੀ। ਪੋਲੀਟੀਕਲ ਸਵਾਲ ਅਸੀਂ ਨਾ ਕਰਕੇ ਦੇਖਾਂਗੇ ਜਦੋਂ 2022 ਦੀਆਂ ਚੋਣਾਂ ਹੋਣਗੀਆਂ। ਜਿਹੜੀ ਕਿਸਾਨ ਜਥੇਬੰਦੀ ਸਾਂਝੀ ਤਾਲਮੇਲ ਕਮੇਟੀ ਹੈ, ਜਿਹੜੀ ਸੰਘਰਸ਼ ਕਮੇਟੀ ਹੈ, ਉਹਦੇ ਵਿੱਚ ਕਲਾਕਾਰਾਂ ਦੇ ਨੁਮਾਇੰਦੇ ਲੈ ਰਹੇ ਹੋ ਸੰਘਰਸ਼ ਕਮੇਟੀ ਦੇ। ਦੇਖੋ, ਅਸੀਂ ਅਗਲੀ ਮੀਟਿੰਗ ਦੇ ਵਿੱਚ ਸੰਘਰਸ਼ ਕਮੇਟੀ ਦੇ ਜਿਵੇਂ ਪਹਿਲਾਂ ਸਾਡੇ ਨੁਮਾਇੰਦੇ ਨੇ ਕਿਹਾ ਕਿ ਪਹਿਲਾਂ ਗਲਤ ਫਹਿਮੀ ਚਲੀ ਗਈ ਸੀ ਕਿ ਹੁਣ 14 ਮਤਲਬ 7 ਨੁਮਾਇੰਦੇ ਇਹਨਾਂ ਦੇ ਹੋਣਗੇ, 7 ਸਾਡੇ ਹੋਣਗੇ, ਉਹ ਐਜੀਟੇਸ਼ਨ ਚਲਾਉਣਗੇ। ਦੇਖੋ, ਸਾਡਾ ਇੱਕ ਵੱਡਾ ਤਜਰਬਾ, ਅਸੀਂ ਘੋਲਾਂ ਦੇ ਵਿੱਚ ਦੀ ਲੰਘੇ ਹੋਏ ਹਾਂ, ਅਸੀਂ ਇੱਕ ਜਥੇਬੰਦੀਆਂ, ਇਹ ਇਕੱਲੇ ਵਿਅਕਤੀ ਹੈ। ਇਹ ਠੀਕ ਹੈ ਕਿ ਲੋਕ ਇਹਨਾਂ ਦੇ ਨਾਲ ਜੁੜੇ ਹੋਏ ਆ, ਇਹਨਾਂ ਦਾ ਘੋਲਾਂ ਦਾ ਤਜਰਬਾ ਨਹੀਂ ਹੈ, ਇਹਨਾਂ ਦਾ ਗਾਉਣ ਦਾ ਤਜਰਬਾ, ਇਹਨਾਂ ਦੀ ਕਲਾਕਾਰੀ ਦਾ ਤਜਰਬਾ। ਇਸ ਕਰਕੇ ਇਹਨਾਂ ਨੇ ਅੱਜ ਫੇਰ ਰੱਖਿਆ ਕਿ 2 ਨੁਮਾਇੰਦੇ ਸਾਡੇ ਨਾਲ ਗੱਲਬਾਤ ਅਸੀਂ ਕਿਹਦੇ ਨਾਲ ਕਰੀਏ। ਠੀਕ ਹੈ, ਇਹਨਾਂ ਦੀ ਗੱਲ ਸਾਡੇ ਤੋਂ ਕਿਹਦੇ ਨਾਲ ਕਰਨੇ, ਇਹਨਾਂ ਚੋਂ ਅਸੀਂ ਕਿਹਦੇ ਨਾਲ ਕਰੀਏ, ਤਾਲਮੇਲ ਕਿਵੇਂ ਵਧਾਈਏ। ਉਹ ਤਾਲਮੇਲ ਕਰਨ ਦੇ ਲਈ 2 ਮੈਂਬਰੀ ਇਹਨਾਂ ਦੀ ਜਿਹੜੀ ਕਮੇਟੀ ਆ, ਅਸੀਂ 15 ਵਾਲੀ ਉਹਨੂੰ ਵਿਚਾਰ ਕੇ ਅਗਲਾ ਫੈਸਲਾ ਫੇਰ ਲਵਾਂਗੇ। ਫਿਲਹਾਲ ਇੱਕ ਹਫ਼ਤਾ ਅਸੀਂ ਇਹਨੂੰ ਤਜਰਬੇ ਦੇ ਤੌਰ ਤੇ ਕਿ ਕਿੰਨਾ ਕੁ ਸਾਡਾ ਸਹਿਯੋਗ ਸਾਨੂੰ ਇਹ ਦਿੰਦੇ ਆ, ਇੱਕ ਅਸੀਂ ਤਜਰਬਾ ਕਰ ਰਹੇ ਹਾਂ ਇੱਕ ਹਫ਼ਤੇ ਦਾ, ਉਹ ਤੋਂ ਬਾਅਦ ਅੱਗੇ ਫੇਰ ਪਾਰਟੀਆਂ ਦਾ ਜਿਹੜਾ ਹੈਗਾ ਸਾਥ ਜਿਹੜਾ ਹੈਗਾ ਕਲਾਕਾਰਾਂ ਨੂੰ ਦਿੱਤਾ ਜਾਊਗਾ। ਇਹਦੀ ਅਥਾਰਟੀ ਗੱਲ ਕਰੀਏ ਤਾਂ ਜੋ ਵੀ ਜੀਪੀ ਜਿਹੜੇ MLA ਹੈਗੇ ਉਹਨਾਂ ਦਾ ਤੁਸੀਂ ਟਰੈਕਟਰ ਦੇ ਉੱਤੇ ਇਕੱਠੇ ਨਜ਼ਰ ਆਏ ਸੀ, ਕਾਂਗਰਸ ਦੇ ਵਿਧਾਇਕ ਹੈਗੇ ਸੀ, ਤਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੈ ਦੇਖਿਆ ਜਾ ਸਕਦਾ ਕਿ ਤੁਸੀਂ ਉਹਨਾਂ ਦੇ ਨਾਲ ਫਿਰ ਤੋਂ ਕੋਈ ਟਰੈਕਟਰ ਰੈਲੀ ਦੇ ਵਿੱਚ ਸ਼ਾਮਲ ਹੋ? ਅੱਛਾ, ਦੇਖੋ, ਇੱਕ ਤਾਂ ਗੱਲ ਮੈਂ ਪਹਿਲੀ ਕਲੀਅਰ ਕਰ ਦਵਾਂ, ਦੇਖੋ ਗਾਉਣੇ ਵਾਲੇ ਦਾ ਤਾਂ ਕੰਮ ਜਿਹੜਾ ਚੱਲਣਾ ਹੈ, ਰੁਜ਼ਗਾਰ ਸਾਡਾ ਹੈਗਾ
ਪ੍ਰੋਗਰਾਮ ਹੀ ਨੇ, ਸਾਡੇ ਕੋਲ ਤਾਂ ਸ਼ੋਅ ਨਹੀਂ ਜੀ, ਸਾਨੂੰ ਉਹਨਾਂ ਨੂੰ ਉਹ ਪੇਡ ਕਰਦੇ ਆ। ਹਾਂ, ਜੇ ਅਸੀਂ ਉਸ ਮੰਚ ਤੋਂ ਖੜੇ ਹੋ ਕੇ ਇਹ ਕਹੀਏ ਵੀ ਬਾਈ ਜੀ ਤੁਸੀਂ ਇਹਨਾਂ ਨੂੰ ਵੋਟਾਂ ਪਾਓ, ਫਿਰ ਤਾਂ ਇਹ ਤੁਹਾਡਾ ਸਵਾਲ ਬਣਦਾ ਹੈ ਕਿ ਤੁਸੀਂ ਉਹਨਾਂ ਦੇ ਪੱਖ 'ਚ ਜਾ ਕੇ ਖੜੇ ਹੋ। ਜੇ ਸਾਨੂੰ ਉੱਥੇ ਸਿਰਫ ਗਾਉਣ ਲਈ ਬੁਲਾਇਆ ਜਾਊਗਾ ਤਾਂ ਅਸੀਂ ਗਾਉਣ ਲਈ ਜਾਵਾਂਗੇ, ਪਰ ਅਸੀਂ ਕਦੇ ਵੀ ਨਿੱਜੀ ਤੌਰ ਤੇ ਕਿਸੇ ਬੰਦੇ ਨੂੰ ਇਹ ਨਹੀਂ ਕਹਾਂਗੇ ਜੀ ਤੁਸੀਂ ਇਹ ਸਾਡੇ ਭਰਾ ਨੇ ਜਾਂ ਇਹ ਸਾਡੇ ਆ ਫਲਾਣੀ ਪਾਰਟੀ ਨੇ, ਤੁਸੀਂ ਇਹਨਾਂ ਨੂੰ ਵੋਟਾਂ ਪਾਓ। ਪਹਿਲੀ ਗੱਲ ਆ, ਮੈਂ ਤਾਂ ਬਿਲਕੁਲ ਨਹੀਂ ਕਹੂੰਗਾ। ਦੂਜੀ ਗੱਲ ਇਹ ਆ ਵੀ ਜਿਹੜੀ ਪਹਿਲੀ ਕਾਂਗਰਸ ਦੀ ਰੈਲੀ ਵਾਲੀ ਤੁਸੀਂ ਗੱਲ ਕੀਤੀ ਹੈ, ਉਦੋਂ ਤੱਕ ਅਸੀਂ ਪ੍ਰੋਪਰ ਤੌਰ ਤੇ ਸਾਡੀ ਇੰਡਸਟਰੀ ਨੇ ਜਥੇਬੰਦੀਆਂ ਨੂੰ ਸਮਰਥਨ ਨਹੀਂ ਦਿੱਤਾ ਸੀਗਾ। ਹੁਣ ਅਸੀਂ ਜਥੇਬੰਦੀਆਂ ਨੂੰ ਜਿਸ ਦਿਨ ਦਾ ਸਮਰਥਨ ਦਿੱਤਾ ਉਦੋਂ ਤੱਕ ਇਹ ਨਿਭਾਉਂਦੇ ਆ ਰਹੇ ਹਾਂ। ਹੁਣ ਅੱਗੇ ਵੀ 15 ਤਰੀਕ ਤੱਕ ਸਾਡੀ ਸਾਰਿਆਂ ਨੇ ਜਿਹੜੀ ਰਾਇ ਕੀਤੀ ਹੈ, ਜਥੇਬੰਦੀਆਂ ਨੇ ਜਿਹੜੀ ਕਾਲ ਦਿੱਤੀ ਹੈ, ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਬਿਲਕੁਲ ਖੜਾਂਗੇ ਜੀ। 15 ਭਾਜੀ ਮੇਰਾ ਸਵਾਲ ਹੈ ਦੀਪ ਸਿੰਘ ਨੇ ਕਿਹਾ ਸੀ ਕਿ ਸਿੰਗਰਾਂ ਨੇ ਗਵਈਆਂ ਨੇ ਮੇਰਾ ਬਾਈਕਾਟ ਕੀਤਾ ਹੈ, ਪਹਿਲਾ ਸਵਾਲ। ਦੂਜਾ ਸਵਾਲ ਕਿ ਜਿਵੇਂ ਇੱਕ ਜਥੇਬੰਦੀ ਸੁਪਰੀਮ ਕੋਰਟ ਗਈ ਹੈ, ਇਹਨਾਂ ਵੱਲੋਂ ਸਸਪੈਂਸ਼ਨ ਉਹਨਾਂ ਨੂੰ ਕੀਤਾ, ਸਸਪੈਂਡ ਕੀਤਾ ਗਿਆ ਉਹਨਾਂ ਨੂੰ, ਕਿ ਦੀਪ ਸਿੱਧੂ ਵੀ ਅਲੱਗ ਗਏ ਨੇ, ਕਿ ਤੁਹਾਡੇ ਵੱਲੋਂ ਵੀ ਕੋਈ ਅਜਿਹੀ ਗੱਲ ਸੋਚੀ ਜਾ ਰਹੀ ਹੈ, ਵਿਚਾਰੀ ਜਾ ਰਹੀ ਹੈ? ਨਹੀਂ, ਬਿਲਕੁਲ ਜੀ। ਅਸੀਂ ਬਾਈ ਜੀ ਮੈਂ ਜਵਾਬ ਦੇਖੋ, ਮੈਂ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਪ੍ਰਧਾਨ ਜੀ ਨੇ ਬੋਲਿਆ ਕਿ ਉਹ ਜੇ ਧਰਨਾ ਲਾ ਕੇ ਬੈਠੇ ਨੇ ਤਾਂ ਮੰਗਾਂ ਨਹੀਂ ਹੋ ਉਹਨਾਂ ਦਾ ਮੋਟਿਵ ਤੇ ਉਹਨਾਂ ਦਾ ਨਿਸ਼ਾਨਾ ਜੋ ਹੈ ਉਹ ਬੇਸ਼ੱਕ ਵੱਖਰੇ ਨੇ। ਸਾਡੇ ਨਾਲ ਸਵਾਲ ਸੀ ਕਿ ਸਿੰਗਰਾਂ ਨੇ ਬਾਈਕਾਟ ਕੀਤਾ ਨਹੀਂ ਕੀਤਾ ਬਾਈਕਾਟ ਅਸੀਂ ਨਾ ਤਾਂ ਦੇਖੋ ਬਾਈ ਜੀ ਉਹਦਾ ਬਾਈਕਾਟ ਕੀਤਾ ਭਰਾ ਦਾ, ਉਹ ਵੀ ਸਾਡਾ ਭਰਾ ਹੈ, ਉਹ ਵੀ ਘਰੋਂ ਸੰਘਰਸ਼ ਕਰਨ ਲਈ ਨਿਕਲਿਆ ਤੇ ਵਿਚਾਰਕ ਮਤਭੇਦ ਮਾੜੇ ਮੋਟੇ ਨੇ, ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆਂਗੀ ਅਗਲੇ ਹਫ਼ਤੇ ਤੱਕ ਸਾਡੀ ਕੋਸ਼ਿਸ਼ ਹੈ ਅਸੀਂ ਗੱਲਬਾਤ ਦੇ ਜਰੀਏ ਉਹ ਵੀ ਕਲੀਅਰ ਕਰ ਲਈਏ। ਸੋ ਦੂਜੀ ਗੱਲ ਇਹ ਆ ਵੀ ਜਿਹੜੀ ਜਥੇਬੰਦੀ ਨੇ ਉਹ ਪਟੀਸ਼ਨ ਪਾਈ ਹੈ, ਉਹ ਪ੍ਰਧਾਨ ਸਾਹਿਬ ਨੇ ਜਵਾਬ ਦੇ ਦਿੱਤਾ ਕਿ ਇਹਨਾਂ ਨੇ ਜੋ ਵੀ ਡਿਸੀਜਨ ਲਿਆ ਉਹਨਾਂ ਨੂੰ ਸਸਪੈਂਡ ਕਰਤਾ, ਤੇ ਅਗਲੀ ਗੱਲਬਾਤ ਆ ਜਿਹੜੀ ਉਹ ਤੁਹਾਨੂੰ ਉਹਨਾਂ ਬਾਰੇ ਪ੍ਰਧਾਨ ਸਾਹਿਬ ਕਲਾਕਾਰਾਂ ਦੇ ਲਈ ਇੱਕ ਸਵਾਲ ਹੈ ਕਿ ਜਿੱਥੇ ਸ਼ੰਭੂ ਬਾਰਡਰ ਦੇ ਗੀਤ ਨੇ ਧਰਨਾ ਲਾਇਆ, ਉੱਥੇ ਨਾਲ ਇੱਕ ਹੋਰ ਪਾਰਟੀ ਨੇ ਧਰਨਾ ਲਾਇਆ ਹੋਇਆ ਜੋ ਖਾਲਿਸਤਾਨ ਦਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਧਰਨਾ ਲਾਇਆ। ਉਹ ਖਾਲਿਸਤਾਨ ਦਾ ਨਾਂ ਲੈਂਦੀ ਆ, ਬਾਹਰੋਂ ਵੀ ਅਜਿਹੇ ਬਿਆਨ ਆ ਰਹੇ ਨੇ ਕਿ ਝੰਡੇ ਚਲਾ ਦਿਓ, ਇੰਨੇ ਡਾਲਰ ਦੇਵਾਂਗੇ। ਸਿੰਗਰਾਂ ਦਾ ਕੀ ਨਜ਼ਰੀਆ ਆ? ਸਿੰਗਰ ਅਜਿਹੇ ਬਿਆਨਾਂ ਨੂੰ ਕਿਵੇਂ ਦੇਖਦੇ ਨੇ, ਜਾਂ ਜੋ ਇਹ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਗੱਲ ਕਰਦੇ ਆ ਬਾਹਰੋਂ, ਉਹਦੇ ਲਈ ਕੀ ਹੋਇਆ? ਇਹਦੇ ਨਾਲ ਜੁੜਾ ਸਵਾਲ ਹੈ, ਦਰਅਸਲ ਕਿਸਾਨ ਜਿਹੜੇ ਅੰਦੋਲਨ ਹੋ ਰਹੇ ਨੇ ਇਸ ਤੇ ਬਾਹਰਲੀ ਤਾਕਤਾਂ ਨਜ਼ਰ ਗੜਾਏ ਹੋਏ ਨੇ ਕਿ ਮਾਹੌਲ ਖਰਾਬ ਹੋ ਸਕੇ ਕਿਤੇ ਖਾਲਿਸਤਾਨ ਦੇ ਨਾਂ ਤੇ, ਜਾਂ ਫਿਰ ਜਿਸ ਤਰ੍ਹਾਂ ਨਾਲ ਝੰਡੇ ਲੈ ਕੇ ਪ੍ਰਲੋਭਨ ਦਿੱਤਾ ਜਾ ਰਿਹਾ ਕਿ ਆਪਾਂ 10,000 ਡਾਲਰ ਦੇਵਾਂਗੇ ਜੇ ਕੋਈ ਉੱਥੇ ਖਾਲਿਸਤਾਨ ਦਾ ਝੰਡਾ ਲਾਉਂਦਾ। ਅੱਛਾ, ਜਿਹੜਾ ਦੂਜਾ ਇਦਾਂ ਦੀ ਜਿਹੜੀ 10,000 ਡਾਲਰ ਵਾਲੀ ਗੱਲ ਹੈ ਜੀ, ਮੇਰੇ ਤੱਕ ਤਾਂ ਹਲੇ ਤੱਕ ਮੈਂ ਇਹਦੇ ਤੱਕ ਨਹੀਂ ਪਹੁੰਚੀ, ਪਰ ਧਰਨਾ ਜਿਹੜਾ ਉੱਥੇ ਜਿਹੜਾ ਸਾਡੇ ਤੋਂ ਅਲੱਗ ਹੋ ਕੇ ਭਰਾ ਨੇ ਸਾਡੇ ਨੇ ਲਾਇਆ, ਮੈਨੂੰ ਉਹਦੇ ਬਾਰੇ ਨੌਲੇਜ ਆ। ਬਾਕੀ ਕਿਸੇ ਪਾਰਟੀ ਦਾ ਉੱਥੇ ਧਰਨਾ ਹੈ, ਮੈਨੂੰ ਉਹਦੇ ਬਾਰੇ ਹਲੇ ਤੱਕ ਕੋਈ ਇਨਫੋਰਮੇਸ਼ਨ ਹੈ ਨਹੀਂ ਜੀ। ਇੱਕ ਪ੍ਰੈਸ ਨੂੰ ਨਾ ਇਹ ਬੜਾ ਫਿਕਰ ਨਹੀਂ ਕਰਨਾ ਚਾਹੀਦਾ। ਅਸੀਂ ਇੱਕ ਡਿਸਪਲਿਨ ਦੇ ਵਿੱਚ ਰਹਿ ਕੇ ਪ੍ਰੋਗਰਾਮ ਚਲਾ ਰਹੇ ਹਾਂ, ਸਾਰਾ ਸਾਡੀ ਬਿਆਨਤਬੰਦੀ ਹੈ। ਐਵੇਂ ਇੱਥੇ ਖਾਲਿਸਤਾਨ ਐ ਨਹੀਂ ਬਣਨ ਲੱਗਾ ਕਿ ਦੋ ਕਿਸੇ ਨੇ ਨਾਅਰੇ ਲਾਤੇ, ਇੱਕ ਵੱਖਰੀ ਵਿਚਾਰਧਾਰਾ ਇਹ, ਤੇ ਇਹ ਤੋਂ ਬੜਾ ਘਬਰਾਉਣਾ ਨਹੀਂ ਚਾਹੀਦਾ। ਸਭ ਨੇ ਅਸੀਂ ਸੰਤਾਪ ਹੰਢਾਇਆ, ਸਾਰੇ ਅਸੀਂ ਜਾਣਦੇ ਹਾਂ, ਚੰਗੀ ਤਰ੍ਹਾਂ ਜਾਣਦੇ ਹਾਂ। ਇਹ ਕਿਸਾਨ ਅੰਦੋਲਨ ਤੇ ਸੀਮਤ ਰੱਖੋ। ਮੇਰਾ ਖਿਆਲ ਤੁਸੀਂ ਨਾਲ ਜਾਓ ਗੀਤਕਾਰਾਂ ਨੂੰ, ਤੁਸੀਂ ਇਹਦਾ ਲਾਹਾ ਲੈ ਰਹੇ ਹੋ ਕਿ ਸ਼ਾਇਦ ਇਹ ਅਣਜਾਣ ਹੈ, ਇਹ ਤਾਂ ਨਾ ਤਰੋ। ਅਸੀਂ ਨਹੀਂ ਉਲਝਾ ਰਹੇ, ਦਰਅਸਲ ਇਹ ਬਿਆਨ ਸੂਬੇ ਦੇ ਬਿਆਨ ਨਹੀਂ ਹੈ, ਨਾ ਕਿ ਦੇਸ਼ ਦਾ ਬਿਆਨ ਹੈ। ਦੇਖੋ ਜੀ, ਗੱਲ ਸੁਣੋ, ਤੁਸੀਂ ਪੰਜਾਬ ਦੇ ਸ਼ੰਭੂ ਬਾਰਡਰ ਛੱਡੋ ਜੀ, ਸ਼ੰਭੂ ਬਾਰਡਰ ਦੇ ਪਰਲੇ ਪਾਸੇ ਲਾਈਨਾਂ ਤੇ ਧਰਨਾ ਜੀ, ਤੁਸੀਂ ਜਾਓ ਬਠਿੰਡੇ, ਤੁਹਾਨੂੰ ਸਾਰੇ ਟੋਲ ਪਲਾਜ਼ੇ ਮਿਲਣਗੇ, ਪੈਟਰੋਲ ਪੰਪ ਮਿਲਣਗੇ, ਮਾਲ ਆਲ ਓਵਰ ਪੰਜਾਬ ਸਭ ਜਗ੍ਹਾ ਲੋਕ ਬੈਠੇ, ਬਿਲਕੁਲ ਬੈਠੇ ਨੇ। ਉੱਥੇ ਦੇਖੋ ਵੀ ਕਿਹੜੇ ਝੰਡੇ ਨੇ, ਕਿਹੜੇ ਨਾਅਰੇ ਨੇ, ਕਿਹੜੇ ਲੋਕ ਨੇ, ਕੀ ਉਹਨਾਂ ਦਾ ਨਿਸ਼ਾਨਾ ਹੈ ਉੱਥੇ। ਗੱਲ ਇਹ ਆ, ਸਵਾਲ ਇਹ ਹੈ ਕਿ ਜਦੋਂ ਅਜਿਹੇ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਜੇ ਮਾਹੌਲ ਪੈਦਾ ਹੁੰਦੇ ਨੇ, ਤਾਂ ਐਮਰਜੈਂਸੀ ਵਰਗੀ ਸਥਿਤੀ ਬਣਦੀ ਨਜ਼ਰ ਆਉਂਦੀ ਹੈ। ਸਰਕਾਰਾਂ ਸਖਤਾਈ ਕਰਦੀਆਂ ਨੇ, ਜੋ ਪ੍ਰਦਰਸ਼ਨ ਨੇ ਉਹ ਕਿਤੇ ਨਾ ਕਿਤੇ ਗਲਤ ਦਿਸ਼ਾ ਵਿੱਚ ਜਾਂਦੇ ਦਿਖਾਈ ਦਿੰਦੇ। ਫਿਲਹਾਲ ਕੋਈ ਅਜਿਹੀ ਹਾਲਤ ਨਹੀਂ, ਕੋਈ ਸਥਿਤੀ ਨਹੀਂ ਐਮਰਜੈਂਸੀ ਵਾਲੀ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਇਸ ਗੱਲ ਨੂੰ। ਠੀਕ ਲਾਈਨ ਤੇ ਜਿਹੜਾ ਅੰਦੋਲਨ ਕਿਸਾਨਾਂ ਦਾ ਚੱਲ ਰਿਹਾ ਤੇ ਅਸੀਂ ਇਹਦੇ ਵਿੱਚੋਂ ਸਫਲ ਹੋ ਕੇ ਨਿਕਲਾਂਗੇ। ਮੈਥਕੀ ਆਏ ਹੁੰਦੇ ਆ, ਮੈਥਕੀ ਆਉਂਦੇ ਆ ਵੀ ਆਪਾਂ ਕਿਉਂ ਯਾਰ, ਮੈਨੂੰ ਬੋਲਣਾ ਪੈਂਦਾ। ਤੁਸੀਂ ਮੈਂ ਉੱਤੇ ਵੀ ਗੱਲ ਬੋਲੀ ਸੀ, ਤੁਸੀਂ ਮੂਸੇ ਵਾਲੇ ਦੇ ਘਰੇ ਜਾ ਪੁੱਛ ਲਓ,
ਤੁਸੀਂ ਇੱਥੇ ਆਏ ਤੁਹਾਨੂੰ ਪੁੱਛ ਰਹੇ ਹੋ ਤੁਸੀਂ ਤਾਂ ਸਾਥ ਦੇ ਦਿਓ ਪੰਜਾਬ ਮੈਂ ਤਾਂ ਬਾਈ ਜੀ ਇੱਕ ਮਿੰਟ ਉਹਨਾਂ ਦਾ ਸਮਰਥਨ ਉਹਨਾਂ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਉਹਨਾਂ ਕੋਲ ਪੁੱਛੋ ਇੱਕ ਮਿੰਟ ਭਾਜੀ ਇੱਕ ਮਿੰਟ ਮੈਂ ਦੇਣ ਲੱਗਿਆ ਬਾਈ ਜੀ ਬਾਈ ਦੇਵ ਆਇਆ ਦੇਖੋ ਅੱਜ ਬਾਈ ਦੇਵ ਆਇਆ ਬਾਈ ਕਰਤਾਰ ਆਇਆ ਉਹਨਾਂ ਦਾ ਸਮਰਥਨ ਸਾਰੀ ਇੰਡਸਟਰੀ ਦਾ ਸਾਡੇ ਨਾਲ ਆ ਜੀ ਹਾਂਜੀ ਹਾਂਜੀ ਹੋ ਰਹੀ ਆ ਗੱਲਬਾਤ ਸਾਰੀ ਇੰਡਸਟਰੀ ਨਾਲ ਗੱਲਬਾਤ ਹੋ ਰਹੀ ਆ ਇਹ ਸਾਰੀ ਹੁਣ ਮੈਂ ਕਹਿੰਦਾ ਉਹ ਕਹਿ ਰਹੇ ਕਿ ਉਹਨਾਂ ਕੋਲ ਪੁੱਛ ਲਓ ਜਾ ਕੇ 31 ਜਥੇਬੰਦੀਆਂ ਆਈਆਂ ਨੇ ਲੱਖਾਂ ਕਿਸਾਨ ਤਾਂ ਨਹੀਂ ਆ ਗਏ ਇੱਥੇ ਬਿਲਕੁਲ। ਆਏ ਤਾਂ 31 ਜਥੇਬੰਦੀਆਂ ਨੇ ਬਿਲਕੁਲ ਤੁਸੀਂ ਦੁੱਧ ਫਿਰ ਤੁਹਾਡੇ ਕੋਲ ਪੁੱਛਾਂਗੇ ਉਹਦਾ ਹੀ ਅੱਛਾ ਇੱਕ ਮਿੰਟ ਮੇਰੀ ਗੱਲ ਸੁਣ ਤੁਹਾਡੀ ਗੱਲ ਮੈਂ ਮੰਨ ਗਿਆ ਭਾਈ ਤੁਹਾਡੀ ਨਹੀਂ ਸ਼ੁਰੂ ਬਾਈ ਜੀ ਮੈਂ ਜਵਾਬ ਮੇਰੀ ਗੱਲ ਅੱਛਾ ਸਵਾਲ ਐਕਸੈਪਟ ਕਰਿਆ ਕਰੋ ਤੁਸੀਂ ਅੱਛਾ ਬਾਈ ਮੈਂ ਤੁਹਾਨੂੰ ਜਿਵੇਂ ਸਾਰੀ ਇੰਡਸਟਰੀ ਦੀ ਤੁਸੀਂ ਗੱਲ ਕੀਤੀ ਆ ਅੱਛਾ ਤੁਸੀਂ ਦੱਸੋ ਮੇਰੀ ਗੱਲ ਤਾਂ ਸੁਣੋ ਗੱਲ ਸਵਾਲ ਕੋਈ ਨਹੀਂ ਜਵਾਬ ਜਿਹੜੀ ਗੱਲ ਰਹਿ ਗਈ ਬੋਲੋ ਲੱਖਾ ਜੀ ਤੁਸੀਂ ਮੈਂ ਤਾਂ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਯਾਰ ਤੁਸੀਂ ਘੱਟੋ ਘੱਟ ਜਿਹੜਾ ਮੀਡੀਆ ਹੈਗਾ ਇੱਥੋਂ ਦਾ ਮੀਡੀਆ ਉਹਦਾ ਸਾਥ ਦਿਓ ਯਾਰ ਭਾਈ ਮੇਰੀ ਗੱਲ ਸੁਣੋ ਤੁਸੀਂ ਉਸ ਦਿਨ ਵੀ ਮੀਟਿੰਗ ਦੇ ਵਿੱਚ ਵੀ ਆਹ ਹੁੰਦਾ ਜੀ ਉਹ ਹੁੰਦਾ ਜੀ ਹੈ ਨਾ ਪਰ ਮੈਥੋਂ ਮੇਰਾ ਕਿਤੋਂ ਰਿਹਾ ਨਹੀਂ ਜਾਂਦਾ ਬੋਲਿਆ ਜਾਂਦਾ ਤੁਸੀਂ ਹੁਣ ਕਹਿੰਦਾ ਵੀ ਯਾਰ ਮੂਸੇ ਵਾਲਾ ਨਹੀਂ ਆਇਆ ਜਾਂ ਕੋਈ ਹੋਰ ਨਹੀਂ ਆਇਆ ਤੁਸੀਂ ਇਹ ਗੱਲ ਮੂਸੇ ਨੂੰ ਵੀ ਪੁੱਛ ਸਕਦੇ ਭਾਈ ਤੂੰ ਕਿਉਂ ਨਹੀਂ ਜਾਂਦਾ ਪਰ ਉਹਨਾਂ ਦਾ ਸਮਰਥਨ ਸਾਡੇ ਨਾਲ ਉਹਦੀ ਕੋਈ ਨਿੱਜੀ ਕੀ ਰਾਏ ਆ ਉਹ ਦੇ ਸਕਦਾ ਤੁਹਾਨੂੰ ਹੁਣ ਉਹਦੇ ਬਾਰੇ ਕਲਾਕਾਰ ਬੈਠੇ ਕੀ ਦੱਸ ਸਕਦੇ ਇਹ ਸਾਰੀ ਆਪਣੇ ਬਾਰੇ ਇੰਡਸਟਰੀ ਦੱਸੂਗਾ ਨਾ। ਸਮਰਥਨ ਸਾਡੇ ਨਾਲ ਹੈ ਘਰੇਲੂ ਪ੍ਰੋਬਲਮ ਹੋ ਗਿਆ ਦੇਵ ਬਾਈ ਅੱਜ ਆਇਆ ਕਰਤਾਰ ਬਾਈ ਅੱਜ ਆਇਆ ਹੈਗੀ ਤਾਂ ਕਰਕੇ ਤੁਹਾਨੂੰ ਸਵਾਲ ਪੁੱਛਿਆ ਸਾਨੂੰ ਹੁਣ ਤੁਸੀਂ ਅਮਰਤਮਾਨ ਦੀ ਗੱਲ ਕੀਤੀ ਤੁਸੀਂ ਅਮਰਤਮਾਨ ਦੀ ਗੱਲ ਕੀਤੀ ਬਾਈ ਦਾ ਪ੍ਰੋਪਰ ਤੌਰ ਤੇ ਮੇਰੇ ਨਾਲ ਫੋਨ ਤੇ ਗੱਲ ਹੁੰਦੀ ਹੈ ਉਹ ਕਹਿੰਦੇ ਵੀ ਤੁਸੀਂ ਜੋ ਕਰ ਰਹੇ ਹੋ ਬਹੁਤ ਵਧੀਆ ਕਿਉਂਕਿ ਦੇਖੋ ਹਰ ਇੱਕ ਬੰਦੇ ਨੂੰ ਓਨੀ ਚਲੋ ਠੀਕ ਹੈ ਸਾਰੇ ਭਰਾ ਨੇ ਧਰਨਿਆਂ ਤੇ ਵੀ ਜਾਂਦੇ ਨੇ ਕੋਈ ਕਿਤੇ ਬਿਜ਼ੀ ਹੈ ਕੋਈ ਕਿਤੇ ਬਿਜ਼ੀ ਹੈ ਪਰ ਪੂਰਨ ਤੌਰ ਤੇ ਜਿਹੜੀ ਸਾਡੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਉਹ ਕਹਿੰਦੇ ਵੀ ਸਾਡਾ ਸਮਰਥਨ ਪੂਰੇ ਤੌਰ ਤੇ ਤੁਹਾਡੇ ਨਾਲ ਆ ਇੰਡਸਟਰੀ ਦੇ ਨਾਲ ਹੈ ਸਾਡੀ ਵੀਰੇ ਤੁਹਾਡੀ ਇੱਕ ਮਿੰਟ ਤੁਹਾਡੀ ਹੈਡਲਾਈਨ ਪਤਾ ਕੀ ਹੁੰਦੀ ਹੈ ਅੰਦੋਲਨ ਹੋਇਆ ਦੋਫਾੜ ਜੀ ਉਹਨੇ ਉਹਦਾ ਬਾਈਕੀਟ ਕੀਤਾ ਜੀ ਉਹਨੇ ਉਹਦਾ ਬਾਈਕਾਟ ਜਾਣ ਵੇਲੇ ਹੈਡਲਾਈਨ ਦੇ ਦਿਆ ਕਰੋ ਸਾਨੂੰ ਅੱਛਾ ਇੱਕ ਹੈਡਲਾਈਨ ਬਈ ਇੱਕ ਹੈਡਲਾਈਨ ਉਹ ਕਿਹਨੇ ਲਾਈ ਸੀ ਵੀ ਜੱਸ ਬਾਈ ਵੀਰੇ ਕਿਹਾ ਦਨਾਲੀਆਂ ਚੱਕ ਲੋ ਵੀ ਇਹ ਇਦਾਂ ਗੱਲ ਨਹੀਂ ਬਣਨੀ ਇੰਨਾ ਕਿ ਮੈਂ ਕਿਸੇ ਨੂੰ ਨਹੀਂ ਕਿਹਾ ਦਨਾਲੀਆਂ ਕਿ ਇਹ ਜੀ ਹੈਡਲਾਈਨ ਨਾ ਬਣਾ ਕੇ ਪੇਸ਼ ਕਰਿਆ ਕਰੋ ਇੱਕ ਮਿੰਟ ਲੱਗੇ ਕਲਾਕਾਰਾਂ ਦਾ ਮਕਸਦ ਤਾਂ ਇੰਨੇ ਫੈਨ ਨੇ ਸਾਰਾ ਕੁਝ ਸਾਰੇ ਸੋਸ਼ਲ ਮੀਡੀਆ ਤੇ ਕਿਸਾਨਾਂ ਬਾਰੇ ਪਾਇਆ ਹੋਇਆ ਹੈ ਠੀਕ ਹੈ ਸਾਰਿਆਂ ਨੇ ਸਪੋਰਟ ਵੀ ਉਹਨਾਂ ਨੇ ਲੱਖਾਂ ਫੈਨ ਉੱਠ ਕੇ ਆਪਾਂ ਮੁੱਦੇ ਤੇ ਆ ਜਾਓ ਆਪਾਂ ਮੁੱਦੇ ਤੇ ਆ ਜਾਓ ਆਪਾਂ ਬਿਲਾਂ ਤੇ ਆ ਜਾਓ ਬਈ ਹੈਲੋ ਪਲੀਜ਼ ਬੇਨਤੀ ਆ ਸਾਰਿਆਂ ਨੂੰ ਕਿ ਬੜੀ ਚਰਚਾ ਹੋ ਗਈ ਆ ਤੇ ਇਹਨੂੰ ਆਪਾਂ ਸਮਾਪਤ ਕਰਦੇ ਆ ਮੈਂ ਪ੍ਰਧਾਨਗੀ ਕੀਤੀ ਅੱਜ ਦੀ ਮੀਟਿੰਗ ਦੇ ਵਿੱਚ ਸਮਾਂ ਹੁੰਦਾ ਕੋਈ ਪ੍ਰੈਸ ਕਾਨਫਰੰਸ ਦਾ ਜੋ ਸਵਾਲ ਤੁਸੀਂ ਕੀਤੇ ਹੋਏ ਜਵਾਬ ਦਿੱਤੇ ਇਹਨਾਂ ਨੇ ਦਿੱਤਾ ਹੈਡਲਾਈਨ ਛੋਟੀ ਇਹ ਦੇਣੀ ਚਾਹੀਦੀ ਹੈ ਕਿ ਅੱਜ ਕਾਲੇ ਕਾਨੂੰਨਾਂ ਨੂੰ ਲੈ ਕੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਪੂਰਾ ਪੰਜਾਬ ਦੇ ਕਲਾਕਾਰ ਪੰਜਾਬ ਦੀਆਂ ਜਥੇਬੰਦੀਆਂ ਇਕਜੁੱਟ ਹੋ ਗਿਆ ਤੇ ਮੀਡੀਆ ਉਹਦੇ ਨਾਲ ਇਹ ਵੀ ਪੈਦਾ ਕਰਨ ਵਿੱਚ ਧੰਨਵਾਦ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਗੁਰਬਿਆਰਾਂ ਅੰਤ ਤਾਂ ਇਹੀ ਗੱਲ ਕਹਿਣਾ ਚਾਹਾਂਗੇ ਕਿ ਸਰਕਾਰਾਂ ਆਪਣਾ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਨੇ ਕਿ ਕਿੱਦਾਂ ਇਹ ਮੋਰਚੇ ਖਰਾਬ ਕੀਤੇ ਜਾਣ ਕਿਉਂਕਿ ਮੋਰਚੇ ਤਾਂ ਪੂਰੇ ਪੰਜਾਬ ਵਿੱਚ ਲੱਗੇ ਹੀ ਹੋਏ ਨੇ ਦੂਸਰੇ ਪਾਸੇ ਰਿਲਾਇੰਸ ਦੇ ਪੈਟਰੋਲ ਪੰਪਾਂ ਤੋਂ ਲੈ ਕੇ ਟੋਲ ਪਲਾਜ਼ਾ ਤੱਕ 1 ਬਾਏ 1 ਬੰਦ ਕੀਤੇ ਜਾ ਰਹੇ ਨੇ ਪੰਜਾਬ ਦੇ ਨੌਜਵਾਨਾਂ ਵੱਲੋਂ ਤੇ ਪੂਰੇ ਪੰਜਾਬ ਦੇ ਵਿੱਚ ਅੱਧੇ ਨਾਲੋਂ ਵੱਧ ਟੋਲ ਪਲਾਜ਼ਾ ਹੁਣ ਤੱਕ ਬੰਦ ਕਰਵਾ ਦਿੱਤੇ ਗਏ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਦੇ ਗਲੇ ਦੀ ਹੱਡੀ ਬਣੀ ਪੰਜਾਬ ਦੀ ਨੌਜਵਾਨੀ ਆਖਿਰ ਸਰਕਾਰ ਦੇ ਗੋਡੇ ਪੂਰੀ ਤਰ੍ਹਾਂ ਕਿੱਦਾਂ ਲਵਾਉਂਦੀ ਹੈ ਤੇ ਆਪਣੀਆਂ ਸ਼ਰਤਾਂ ਕਿੱਦਾਂ ਮਨਵਾਉਂਦੀ ਹੈ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।